So shall we start जी? हाँ जी स्टार्ट। सत श्री अकाल जी साਰਿਆਂ ਨੂੰ ਤੇ ਬਹੁਤ-ਬਹੁਤ ਜੀ ਆਇਆਂ ਨੂੰ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਈਕੋਸਿਕ ਦੇ ਸੱਦੇ ਤੇ ਜਿਹੜੇ ਇਸ ਪ੍ਰੋਜੈਕਟ ਦੀ ਸਪੋਰਟ ਵਿੱਚ ਇੱਥੇ ਆਏ ਹੋ। ਤੇ 2 ਸਾਲ ਪਹਿਲਾਂ ਅਸੀਂ 2019 ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਸਾਰੀ ਦੁਨੀਆ ਮਨਾ ਰਹੀ ਸੀ ਤੇ ਈਕੋਸਿਕ ਵੱਲੋਂ ਐਲਾਨ ਕੀਤਾ ਗਿਆ ਸੀ ਕਿ 200 ਗਜ ਜ਼ਮੀਨ ਦੇ ਉੱਤੇ 550 ਰੁੱਖ ਲਗਾ ਕੇ ਇੱਕ ਮਾਈਕਰੋ ਫੋਰੈਸਟ ਗੁਰੂ ਨਾਨਕ ਪਵਿੱਤਰ ਜੰਗਲ ਨਾਮ ਦਾ ਪ੍ਰੋਜੈਕਟ ਅਸੀਂ ਲਾਂਚ ਕੀਤਾ ਸੀ। ਤੇ ਪਿਛਲੇ ਸਾਲ ਵੀ ਤੁਹਾਡੇ ਕੋਲ ਆਏ ਤੇ 2 ਸਾਲ ਦੀ ਜਿਹੜੀ ਜਰਨੀ ਹੈ ਅਸੀਂ ਹਰ ਵਾਰੀ ਆ ਕੇ ਪ੍ਰੈਸ ਦੇ ਵਿੱਚ ਦੱਸਦੇ ਹਾਂ ਕਿ ਇਹਦੀ ਕੀ ਡਿਵੈਲਪਮੈਂਟ ਹੋ ਰਹੀ ਤੇ ਕਿਸ ਤਰ੍ਹਾਂ ਲੋਕ ਇਹਦੇ ਜੁੜ ਰਹੇ ਨੇ, ਕਿਸ ਤਰ੍ਹਾਂ ਇਹ ਲੋਕ ਲਹਿਰ ਬਣ ਰਹੀ ਹੈ। ਸੋ ਪ੍ਰਮੁੱਖ ਮੁੱਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਅਪਡੇਟਸ ਦਈਏ ਹੁਣ ਤੱਕ ਕੀ ਡਿਵੈਲਪਮੈਂਟ ਹੋਈ ਹੈ ਤੇ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਜਾਗਰਤੀ ਇਸ ਗੁਰੂ ਨਾਨਕ ਪਵਿੱਤਰ ਜੰਗਲ ਦੇ ਪ੍ਰੋਜੈਕਟ ਰਾਹੀਂ ਆ ਰਹੀ ਹੈ। ਮੈਂ ਤੁਹਾਨੂੰ ਸਾਡੇ ਨਾਲ ਆਏ ਸਾਰੇ ਮਹਿਮਾਨਾਂ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣਾ ਚਾਹਨਾ। ਸਭ ਤੋਂ ਪਹਿਲਾਂ ਸਰਦਾਰ ਚਰਨ ਸਿੰਘ ਜੀ ਜਿਹੜੇ ਮੁੰਬਈ ਤੋਂ ਨੇ, ਸਾਡੇ ਫੋਰੈਸਟ ਪ੍ਰੋਜੈਕਟ ਦੇ ਕਨਵੀਨਰ ਨੇ। ਇਹਨਾਂ ਨੇ ਤਾਰਾਪੁਰ ਦੇ ਵਿੱਚ 80000 ਰੁੱਖਾਂ ਦਾ ਇੱਕ ਜੰਗਲ ਲਗਾਇਆ ਜਿਹਨੂੰ ਦੇਖ ਕੇ ਪੰਜਾਬ ਦੇ ਵਿੱਚ ਵੀ ਜਾਗਰਤੀ ਇਹ ਲੈ ਕੇ ਆਏ ਨੇ। ਸ਼ੁਭੇਂਦੂ ਸ਼ਰਮਾ ਜੀ ਜਿਹੜੇ ਟੈਡ ਫੈਲੋ ਨੇ, ਇਹ ਫੋਰੈਸਟ ਇਹਨਾਂ ਦੀ ਕੰਪਨੀ ਦੇ ਡਾਇਰੈਕਟਰ ਨੇ ਤੇ ਦੁਨੀਆ ਦੇ ਮਹਾਨ ਜਿਹੜੇ ਲੋਕ ਨੇ ਜਿਹੜੇ ਜੰਗਲ ਬਣਾਉਣਾ ਜਾਣਦੇ ਨੇ, ਸਪੈਸ਼ਲੀ ਮੀਆਂਵਾਕੀ ਮੈਥੋਡੋਲੋਜੀ ਦੇ ਨਾਲ ਸ਼ੁਭੇਂਦੂ ਜੀ ਉਹੀ ਨੇ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਮੈਕਮਾ ਫੋਰੈਸਟ ਕ੍ਰੀਏਟਰ ਨੇ ਤੇ ਅੱਜ ਸਾਡੇ ਵਿੱਚ ਰੂਬਰੂ ਨੇ ਤੇ ਈਕੋਸਿਕ ਦੇ ਐਡਵਾਈਜ਼ਰ ਨੇ ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਇਹ ਪ੍ਰੋਜੈਕਟ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ। ਥੈਂਕ ਯੂ ਫॉर ਕਮਿੰਗ ਸ਼ੁਭੇਂਦੂ ਜੀ। ਸਾਡੇ ਨਾਲ ਨੇ ਗੁਰਵਿੰਦਰਪਾਲ ਸਿੰਘ ਸੱਜਣ ਜੀ ਜਿਹੜੇ ਕਿ ਈਕੋਸਿਕ ਦੇ ਇਸ ਪ੍ਰੋਜੈਕਟ ਦੀ ਬੈਕਬੋਨ ਨੇ ਕਰਕੇ ਜਿਹੜਾ ਕੰਮ ਅਸੀਂ 9 ਦਿਨਾਂ 'ਚ ਕਰਦੇ ਸੀ ਹੁਣ ਚੰਦ ਘੰਟਿਆਂ ਵਿੱਚ ਕਰਦੇ ਹਾਂ। ਸਾਡੀ ਈਕੋਸਿਕ ਦੀ ਜਿਹੜੀ ਫੋਰੈਸਟ ਨਰਸਰੀ ਜਿਹੜੀ ਇਹਨਾਂ ਨੇ ਇਨ ਹਾਊਸ ਆਪਣੇ ਫੈਕਟਰੀ ਦੇ ਵਿੱਚ ਬਣਾਈ ਹੈ ਜਿੱਥੇ 25000 ਰੁੱਖ ਹੁੰਦੇ ਨੇ 40 ਪ੍ਰਜਾਤੀਆਂ ਦੇ। ਅੱਜ ਸਾਡੇ ਚ ਰੂਬਰੂ ਨੇ, ਇਹਨਾਂ ਦਾ ਵੀ ਧੰਨਵਾਦ। ਸਾਡੇ ਨਾਲ ਸੁਪ੍ਰੀਤ ਕੌਰ ਜੀ ਨੇ, ਈਕੋਸਿਕ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਸਾਰਾ ਪ੍ਰੋਜੈਕਟ ਮੂਵ ਕਰ ਰਹੇ ਹਾਂ। ਤੇ ਨਾਲ ਹੀ ਸੰਦੀਪ ਮਹਿਤਾ ਜੀ, ਇਹਨਾਂ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਅਸੀਂ 550 ਰੁੱਖਾਂ ਦੇ ਜੰਗਲ ਤਾਂ ਲਾਉਂਦੇ ਸੀ ਪਰ ਮਹਿਤਾ ਜੀ ਨੇ ਜਿਹੜੀ ਪਹਿਲ ਕਦਮੀ ਕੀਤੀ ਹੈ 200 ਗਜ ਤੋਂ ਉੱਠ ਕੇ 1.25 ਏਕੜ ਦੇ ਵਿੱਚ 11000 ਰੁੱਖਾਂ ਦਾ ਜੰਗਲ ਜਿਹੜਾ ਇਹ ਲਵਾ ਰਹੇ ਨੇ ਆਪਣੇ ਸਕੂਲ ਦੇ ਬੱਚਿਆਂ ਲਈ। ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬਹੁਤ ਜੀ ਆਇਆਂ ਨੂੰ। ਦਵਿੰਦਰ ਸਿੰਘ ਜੀ ਨਿਊ ਮੈਕਸੀਕੋ USA ਤੋਂ ਨੇ, ਸਾਡੇ ਬਹੁਤ ਅਜ਼ੀਜ਼ ਨੇ ਤੇ ਈਕੋਸਿਕ ਦਾ ਪਰਿਵਾਰ ਨੇ ਇਹ ਜਿਨ੍ਹਾਂ ਦੇ ਬਿਨਾਂ ਅਸੀਂ ਈਕੋਸਿਕ ਨੂੰ ਅੱਗੇ ਲੈ ਕੇ ਜਾਣਾ ਕਿਵੇਂ ਅਸੀਂ ਸੋਚ ਨਹੀਂ ਸਕਦੇ। ਸਾਡਾ ਇਹਨਾਂ ਨਾਲ ਹੁਣ ਇਸ ਤਰ੍ਹਾਂ ਦਾ ਪਿਆਰ ਬਣਿਆ। ਪਿਛਲੀ ਪ੍ਰੈਸ ਕਾਨਫਰੰਸ 'ਚ ਆਏ ਸੀ ਸਾਡੇ ਨਾਲ ਤੇ ਹੁਣ ਪਰਿਵਾਰ ਬਣ ਗਏ ਨੇ। ਤੇ ਨਾਲ ਹੀ ਮੈਂ ਮਿਲਵਾਉਣਾ ਚਾਹੁੰਦਾ ਸਹਿਜਵੀਰ ਸਿੰਘ ਤੇ ਨਹਿਮਤ ਕੌਰ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਤੇ ਆਪਣੇ ਵਿਆਹ ਤੇ ਜਿਹੜਾ ਇਹ ਪਹਿਲਾ ਨੌਜਵਾਨ ਜੋੜਾ ਹੈ ਜਿਹਨੇ ਵਿਆਹ ਦੇ ਉੱਤੇ 550 ਰੁੱਖਾਂ ਦਾ ਜੰਗਲ ਲਵਾਇਆ ਸਾਡੇ 'ਚ ਹਾਜ਼ਰ ਨੇ। ਇਹਨਾਂ ਦਾ ਵੀ ਬਹੁਤ-ਬਹੁਤ ਜੀ ਆਇਆਂ ਨੂੰ। ਪੰਜਾਬ ਦੇ ਇੱਕ ਮਹਾਨ ਹਸਤੀ IG ਸਰਦਾਰ ਜਤਿੰਦਰ ਸਿੰਘ ਔਲਖ ਜਿਹੜੇ ਪਟਿਆਲਾ ਰੇਂਜ ਤੋਂ ਨੇ, ਉਹਨਾਂ ਦੇ ਸੁਪੁੱਤਰ ਨੇ ਤੇ ਨਾਲ ਉਹਨਾਂ ਦੀ ਨੂਰ ਰਾਣੀ ਨੇ ਨਹਿਮਤ ਕੌਰ, ਇਹਨਾਂ ਦਾ ਵੀ ਜੀ ਆਇਆਂ ਨੂੰ। ਲੈਟ ਅਸ ਸਟਾਰਟ। ਮੈਂ ਵੇਟ ਕਰ ਰਿਹਾ ਸਰਦਾਰ ਰਾਜਵੰਤ ਸਿੰਘ ਜੀ ਦੀ ਜਿਹੜੇ ਈਕੋਸਿਕ ਦੇ ਗਲੋਬਲ ਪ੍ਰੈਜ਼ੀਡੈਂਟ ਨੇ, ਫਾਊਂਡਰ ਨੇ ਈਕੋਸਿਕ ਦੇ। ਇਹ ਸਾਡੇ ਨਾਲ ਡਿਜੀਟਲੀ ਆਨਲਾਈਨ ਜੁੜੇ ਨੇ। ਮੈਂ ਰਿਕੁਐਸਟ ਕਰਦਾ ਕਿ ਇੱਕ ਲਾਈਟ ਇਹ ਵਾਲੀ ਬੰਦ ਹੋ ਸਕਦੀ ਤੇ ਇਹਨਾਂ ਦਾ ਚਿਹਰਾ ਕਲੀਅਰ ਹੋ ਜਾਏਗਾ। ਜਨਾਬ ਲਓ ਰਾਜਵੰਤ ਜੀ ਜੀ ਆਇਆਂ ਨੂੰ। ਉਹਨੇ ਸਾਰੀਆਂ ਬੰਦ ਕਰ ਲੱਗਦਾ ਮੈਨੂੰ ਆਵਾਜ਼ ਜਾ ਰਹੀ ਹੈ, ਕੋਈ ਮਾਈਕ ਹੋਏਗਾ ਉਹਨਾਂ ਨਾਲ ਕਨੈਕਟ ਕਰਨ ਵਾਲਾ। ਦੇਖਦੇ ਹਾਂ ਇਹਨਾਂ ਨਾਲ ਕਿਵੇਂ ਸੰਪਰਕ ਜੁੜਦਾ। ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰਦਾ ਜੀ ਸਰਦਾਰ ਰਾਜਵੰਤ ਸਿੰਘ ਜੀ ਤੁਸੀਂ ਗੱਲ ਕਰੋ ਜੀ। ਸਰਦਾਰ ਰਾਜਵੰਤ ਸਿੰਘ ਜੀ ਤੁਸੀਂ ਪ੍ਰੈਸ ਨੂੰ ਐਡਰੈਸ ਕਰੋ ਜੀ। ਨਹੀਂ ਆ ਰਹੇ ਸਿਗਨਲ ਨਹੀਂ ਆ ਰਹੀ ਭਾਜੀ ਆ ਸਾਈਡ ਤੋਂ ਨਹੀਂ ਮੈਂ ਤੇ ਕੰਪਿਊਟਰ ਤੇ ਨਹੀਂ ਆ ਰਿਹਾ, ਮੈਂ ਕੰਪਿਊਟਰ ਲਾਇਆ ਹੋਇਆ। ਅੱਛਾ ਹਾਂਜੀ ਇਹ ਲੈਪਟਾਪ ਤੋਂ ਨਹੀਂ ਆ ਰਹੀ ਤੁਹਾਨੂੰ ਫੋਟੋ ਮੇਰੀ? ਆ ਰਹੀ ਹੈ ਬੰਦ ਆ ਰਹੀ ਹੈ। ਓਕੇ ਠੀਕ ਹੈ ਜੀ। ਇੱਕ ਚੀਜ਼ यहाँ पे ओके जी बोल दो। ਡਾਕਟਰ ਸਾਹਿਬ ਤੁਸੀਂ ਪ੍ਰੈਸ ਨੂੰ ਐਡਰੈਸ ਕਰੋ ਜੀ। ਹਾਊ ਡੂ ਵੀ ਡੂ? ਆਓ ਸ਼ਾਇਦ ਮਿਊਟ ਕੀਤਾ ਹੋਣਾ ਉਹਨਾਂ ਨੇ जी सर मैसेज ਹਾਂਜੀ ਤੁਸੀਂ ਪ੍ਰੈਸ ਨੂੰ ਕਰੋ ਜੀ ਹਾਂਜੀ। ਐਡਰੈਸ ਸਟਾਰਟ ਕਰ ਦਿਓ। ਹਾਂਜੀ ਕਾਈਂਡਲੀ ਐਡਰੈਸ ਦ ਪ੍ਰੈਸ। ਇਟਸ ਯੋਰ ਟਰਨ। ਬਿਗਿਨ। ਮੈਨੂੰ ਲੈਪਟਾਪ ਤੇ ਮੈਨੂੰ ਤੁਹਾਡਾ ਫੀਡਬੈਕ ਆਵਾਜ਼ ਨਹੀਂ ਸੁਣਦੀ।
ਤੁਹਾਡੀ ਆ ਰਹੀ ਜੀ, ਤੁਸੀਂ ਬੋਲੋ। ਟੈਕਨੀਕਲ ਪ੍ਰੋਬਲਮ ਹੈ ਠੀਕ ਹੈ Okay. ਕਰ ਦਿਓ ਸ਼ੁਰੂ। ਵੈਲਕਮ ਕਹਿ ਕੇ ਸ਼ੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਾਰਿਆਂ ਲਈ ਬਹੁਤ ਇੱਕ ਮਾਣ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਇਕੋਸਿਕ ਜਥੇਬੰਦੀ ਨੇ ਇਹ ਫੋਰੈਸਟ ਦੇ ਨਾਲ ਮਿਲ ਕੇ ਜੋ ਹੁਣ ਤੱਕ ਅਸੀਂ ਟਾਰਗੇਟ ਸੈੱਟ ਕੀਤਾ ਹੈ ਕਿ ਅਸੀਂ 1 ਮਿਲੀਅਨ ਰੁੱਖ ਲਗਾਉਣੇ ਨੇ, 10 ਲੱਖ ਰੁੱਖ ਲਗਾਉਣੇ ਨੇ, ਉਹਦੇ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ ਅਸੀਂ ਹੁਣ ਤੱਕ ਕੰਪਲੀਟ ਕਰ ਪਾਏ ਹਾਂ। ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਹ ਜਿਹੜਾ ਹੁਣ ਤੱਕ ਪਲਾਂਟੇਸ਼ਨ ਦਾ ਕੰਮ ਕੀਤਾ ਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਗੁਰਪੁਰਬ ਰੱਖਦੇ ਆ। ਇਸ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੀਲ ਪੱਥਰ ਇਹ ਹੈ ਕਿ 99% ਇਹ ਜਿਹੜੇ ਰੁੱਖ ਨੇ ਇਹ ਬਚ ਗਏ ਨੇ, ਤੇ ਨਾ ਸਿਰਫ ਬਚ ਗਏ ਨੇ ਬਲਕਿ ਇਹ ਬੜੇ ਮਾਣ ਦੇ ਨਾਲ ਲਹਿਲਾ ਰਹੇ ਨੇ। They are very healthy and very thriving. So ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਤੇ ਵੀ 303 ਜਿਹੜੇ ਗੁਰੂ ਨਾਨਕ ਪਵਿੱਤਰ ਜੰਗਲ, ਗੁਰੂ ਨਾਨਕ ਸੇਕਰਡ ਫੋਰੈਸਟ, ਇਹ ਅਸੀਂ ਕਨਸੈਪਟ ਜਿਹੜਾ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਇਸ ਵੇਲੇ ਹੁਣ ਸਾਊਥ ਏਸ਼ੀਆ ਦੇ ਰੀਜਨ ਦੇ ਵਿੱਚ, ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਵੀ ਇਹ ਤੁਹਾਨੂੰ ਗੂਗਲ ਮੈਪ ਦੇ ਉੱਤੇ ਨਜ਼ਰ ਆਉਣਗੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ। ਸਾਡੇ ਸਾਰੇ ਟੀਮ ਮੈਂਬਰਸ, ਵੋਲੰਟੀਅਰਸ, ਸਪੋਰਟਰਸ ਫਰਮ ਆਲ ਓਵਰ ਦ ਵਰਲਡ। ਸੋ ਅਸੀਂ ਇਸ ਗੱਲ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਸੀਗੇ ਕਿ ਇਹ ਜਿਹੜਾ ਕੰਮ ਹੈ ਇਹਨੂੰ ਹੋਰ ਵੀ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਤੁਹਾਡੇ ਰਾਹੀਂ ਅਸੀਂ ਇਹ ਮੈਸੇਜ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਹਾਂ ਕਿ ਇੱਕ ਧਰਮ ਨੇ ਆਪਣੇ ਮੁਖੀ ਦੇ ਆਪਣਾ ਗੁਰੂ ਨਾਨਕ, ਜਿਸ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ, ਉਹਦਾ ਜਨਮ ਦਿਨ ਅਸੀਂ ਇਸ ਢੰਗ ਨਾਲ ਮਨਾਇਆ ਜਿਸ ਦਾ ਫਾਇਦਾ ਸਾਰੀ ਦੁਨੀਆ ਨੂੰ ਹੋਵੇ। ਸੋ ਇਹ ਜਿਹੜਾ ਸਾਡਾ ਟੀਚਾ ਹੈ ਅਸੀਂ ਪੂਰਾ ਕਰਨਾ ਹੈ 10 ਲੱਖ ਰੁੱਖ ਲਗਾਉਣ ਦਾ। ਪਰ ਅਸੀਂ ਕੰਮ ਉਹ ਕਰਨਾ ਚਾਹੁੰਦੇ ਹਾਂ ਜਿਹਦੇ ਨਾਲ ਇੱਕ ਬੂਟਾ ਵੀ ਜਿਹੜਾ ਉਹ ਲਗਾਈਏ, ਉਹਦੀ ਸਰਵਾਈਵਲ ਗੈਰੰਟੀਡ। ਤਾਂ ਉਹ ਅਸੀਂ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਜਿਹੜੇ ਹੁਣ ਤੱਕ ਅਸੀਂ ਜੰਗਲ ਲਗਾਏ ਨੇ 303, ਉਹ ਸਾਰੇ ਸਰਵਾਈਵ ਕੀਤੇ ਨੇ ਤੇ ਇਸ ਵੇਲੇ ਦੇਖੇ ਜਾ ਸਕਦੇ ਨੇ, ਵੈਰੀਫਾਈ ਕੀਤੇ ਜਾ ਸਕਦੇ ਨੇ। ਤੇ ਇਨ ਫਿਊਚਰ ਅਸੀਂ ਚਾਹਾਂਗੇ ਵੀ ਤੁਹਾਡੀ ਪ੍ਰੈਸ ਦਾ ਇੱਕ ਟੂਲ ਲਗਾ ਕੇ ਉੱਥੇ ਦਿਖਾਇਆ ਜਾਵੇ ਤੁਹਾਨੂੰ ਕਿ ਅਸੀਂ ਕਿੰਨਾ ਕਿ ਇਹਦੇ ਵਿੱਚ ਅਕੰਪਲਿਸ਼ ਹੋ ਚੁੱਕਿਆ ਹੈ। ਸੋ ਅਸੀਂ ਬਹੁਤ ਧੰਨਵਾਦੀ ਹਾਂ ਜੀ ਸਾਰੇ ਵੋਲੰਟੀਅਰਸ ਦੇ, ਸਾਰੇ ਟੀਮ ਮੈਂਬਰਸ ਦੇ। ਤੇ ਨਾਲ ਮੈਂ ਬੇਨਤੀ ਕਰ ਦੇਵਾਂ ਕਿ ਇਹ ਜਿਹੜਾ ਅਸੀਂ ਰਿਪੋਰਟ ਹੈ ਅਸੀਂ ਯੂਨਾਈਟਿਡ ਨੇਸ਼ਨਸ ਨੂੰ ਪਹੁੰਚਾ ਰਹੇ ਹਾਂ, ਵਰਲਡ ਬੈਂਕ ਨੂੰ ਦੇ ਰਹੇ ਹਾਂ, ਵਾਈਟ ਹਾਊਸ ਨਾਲ ਅਸੀਂ ਕੰਮ ਕਰ ਰਹੇ ਹਾਂ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਅਸੀਂ ਆਪਣੀ ਗੱਲਬਾਤ ਸ਼ੁਰੂ ਕੀਤੀ ਹੈ। ਜਿਹੜੀ ਰਿਪੋਰਟ ਹੈ, ਕਿਉਂਕਿ ਵਰਲਡ ਵਾਈਡ ਇਹ ਕੰਮ ਦੀ ਲੋੜ ਹੈ ਇਸ ਵੇਲੇ। ਇੱਕ ਮਿਸ਼ਨ ਹੈ ਵਰਲਡ ਇਕਨੋਮਿਕ ਫੋਰਮ ਵੱਲੋਂ ਕਿ 1 ਟ੍ਰਿਲੀਅਨ ਟਰੀਜ਼ ਲਗਾਏ ਜਾਣ। ਉਹਦੇ ਵਿੱਚ ਅਸੀਂ ਇਕੋਸਿਕ ਨੇ ਆਪਣਾ ਮਿਸ਼ਨ ਜਿਹੜਾ ਦਿੱਤਾ ਹੋਇਆ ਸਿੱਖਾਂ ਵੱਲੋਂ ਕਿ ਅਸੀਂ 1 ਮਿਲੀਅਨ 10 ਲੱਖ ਰੁੱਖ ਲਗਾਉਣੇ ਨੇ, ਉਹ ਵੀ ਅਸੀਂ ਰਿਪੋਰਟ ਸਾਰੀ ਦੁਨੀਆ ਨੂੰ ਪਹੁੰਚਾ ਰਹੇ ਹਾਂ। ਤਾਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਇਹ ਸਨ ਡਾਕਟਰ ਰਾਜਵੰਤ ਸਿੰਘ ਜੀ ਜਿਹੜੇ ਗਲੋਬਲ ਪ੍ਰੈਜ਼ੀਡੈਂਟ ਨੇ ਇਕੋਸਿਕ ਦੇ। ਤੇ ਮੈਂ ਹੁਣ ਰਿਕੁਐਸਟ ਕਰਦਾ ਹਾਂ ਸਰਦਾਰ ਚਰਨ ਸਿੰਘ ਜੀ ਕਿ ਇਹਦੇ ਜਿਹੜੀ ਤੁਸੀਂ ਅਗਲੀ ਗੱਲਬਾਤ ਜਾਰੀ ਕਰਕੇ ਇਨਫੋਰਮੇਸ਼ਨ ਸਾਰਿਆਂ ਨੂੰ ਦਿਓ ਜੀ। ਇੱਕ ਸੈਕਿੰਡ ਵਾਸਤੇ ਲਾਈਟ ਆਫ ਕਰਨਾ ਜੀ। ਇਹ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਸੀ ਗੂਗਲ ਮੈਪ ਤੇ ਅੱਜ ਦੀ ਡੇਟ 'ਚ ਇਦਾਂ ਗੁਰੂ ਨਾਨਕ ਸੈਕਰਡ ਫੋਰੈਸਟ ਨਜ਼ਰ ਆ ਰਹੀਆਂ ਜੀ, ਜਿਹੜੀ ਡਾਕਟਰ ਸਾਹਿਬ ਕਹਿ ਰਹੇ ਸੀ। ਥੈਂਕ ਯੂ ਜੀ। ਰੁਕੋ ਜੀ, ਰੁਕਣਾ ਹਾਂਜੀ ਚਰਨ ਸਿੰਘ। परम गुरु पाणी बेटा माता तरफ सामने सामने I feel elated to announce the 2-year results of the Guru Nanak Sacred Forest Project. We came here in March 2019 to inform you that the project had been kick-started in Bathinda, where our first forest was created. Last year we came back to tell you that the survival rate in Guru Nanak Sacred Forest is tremendous, like Dr. Saab mentioned. Their growth has been amazing. Today, in 2 years,
we have 303 Guru Nanak Sacred Forests to showcase before you. And this is the beginning. Evergreen revolution in Punjab is here to stay. Now every eco being believes that he or she म्यूट कर दोगे ना तुम म्यूट कर दो So this is very important. We started by saying that every eco Sikh can create a Guru Nanak sacred forest. What we are sharing with you today is every eco being is very confident about creating many sacred forests. He or she can create many sacred forests. That's the strong belief system that we are witnessing around us. Imagine the power of our youth who are galvanized to transform Punjab and are restoring our glorious biodiversity for all the generations to come. Thank you for believing in us. Thank you for supporting us. We promise to bring back in these forests every species that is seen sparingly, even those that are on the verge of extinction. So the endangered species list that we are sharing with you is something which we are focusing on to ensure that they outlive us and go to the generations to come. We promise you we will, for the sake of our children, our grandchildren, with the blessings of Guru Nanak Dev Ji, make sure that this biodiversity of flora, fauna, the trees, the plants, the birds, the butterflies, and so many other creatures who come and find their lost habitat in forests like the one created at Angel Valley in Rajpura and so many other places. 303 Guru Nanak sacred forests. Thank you. मैं रिक्वेस्ट करदा शुभेंदु जी जेडे ए फॉरेस्ट दे डायरेक्टर ने इकोसेक एडवाइजर ਤੁਸੀਂ एनलाइटन करो फॉर द फ्यूचर ऑफ दिस प्रोजेक्ट थैंक यू वेरी मच रमेश जी। 2 साल पहले हम लोगों ने पंजाब में पहला गुरु नानक पवित्र जंगल लगाया था और आज 303 जंगल लग चुके हैं। कुछ ऐसी प्रजातियां हैं पेड़ों की जिसको कोई पंजाबी नहीं जानता होगा, पर वो उन पेड़ों की प्रजाति, ये ऐसे पेड़ हैं जो इस धरती पर 500-600 साल पहले पाए जाते रहे होंगे। पंजाब की धरती पे हमने इतनी केमिकल फार्मिंग कर ली है और साथ साथ जो हमारे शहर है जिसमें हम देखते हैं सिर्फ कंक्रीट है, सिर्फ सड़कें हैं, सिर्फ इमारतें हैं। अगर हम देखें तो चाहे हम किसी भी धर्म से वास्ता रखते हैं, पर हम हैं तो सब इंसान, और हमारी उत्पत्ति, हमारी इवोल्यूशन हमेशा प्रकृति के साथ हुई है, जंगलों के पास हुई है। हम इन शहरों में सिर्फ पिछले 100-150 सालों से रहना शुरू किया है, उससे पहले हम प्रकृति के बहुत पास रहते थे। तो ज्यादातर हमारी जो शारीरिक और मानसिक समस्याएं हैं, जो डिप्रेशन हमें होता है, जो हमारी तबीयतें खराब रहती हैं शहरों के अंदर, उसका सीधा सीधा लिंक हमारे शहरों के वातावरण से है। तो अपने देसी जंगलों को वापस लाने से हम अपने शहरों को, अपनी आबो हवा को पूरी तरह से वापस वैसा ही स्वस्थ बना सकते हैं जैसा उस जमाने में रहा होगा जब हमारे ग्रंथ लिखे जा रहे थे, जब गुरबानी लिखी जा रही थी, जब महाभारत लिखा जा रहा था। तो ज्यादातर अगर आप प्रजातियां देखें तो हम उन प्रजातियों को वापस लेके आ रहे हैं जिनका उल्लेख इन धर्म ग्रंथों में तो मिलता है, पर वो प्रजातियां यहाँ पंजाब में देखने को नहीं मिलती या पूरे भारत में ही देखने को नहीं मिलती। तो इस प्रोजेक्ट की जो सबसे बड़ी खासियत है वो ये है कि एक तो देसी जंगल वापस आ रहे हैं, शुद्ध जंगल वापस आ रहे हैं, और सिर्फ इकोसिक के माध्यम से नहीं आ रहे। जितने भी लोग यहाँ पर जंगल लगाना सीख चुके हैं वो सिर्फ पंजाब में ही नहीं, पंजाब के बाहर, महाराष्ट्र में, दूसरे देशों में भी वापस उन्हीं प्रजातियों को लेके आ रहे हैं जो उस जगह पर पाई जाती रही होंगी। तो शुद्ध वन, देसी वन, इकोसिक के माध्यम से धीरे धीरे हम देखें तो आज से 20-30 साल बाद पूरा पंजाब वापस अपने उन जंगलों को ला चुका होगा जो यहाँ पर किसी जमाने में पाए जाते रहे होंगे। और ये इस प्रोजेक्ट की सबसे बड़ी उपलब्धि है। नहीं तो पेड़ तो हर कोई लगा रहा है, करोड़ों करोड़ों लगा रहे हैं, पर शुद्ध तरीके से उसको इकोसिक ही लगा पा रहा है।
साथ ही आज एक छोटा सा और अनाउंसमेंट है। हम पिछले 2 साल में हम लोगों ने यहाँ पे 10 से ज्यादा ट्रेनिंग करी और लगभग 350 यूथ जो नौजवान है उनको तैयार किया है फॉरेस्ट मेकर, जिसमें से कुछ आज हमारे साथ भी है। हम लोगों ने ये पाया कि अगर हम इसके वीडियोस बनाएं, वीडियो बना के कुछ ट्रेनिंग मटेरियल ऐसा तैयार कर दें कि उसको देखकर कोई भी खुद से जंगल लगाना सीख सकता है, यूट्यूब से या फिर जहां पे भी उन्हें वीडियो मिले। तो इस प्रोजेक्ट की शुरुआत हमने पिछले साल करी, फरवरी में कुछ पैसा इकट्ठा किया, फंड रेज किया, और पंजाब में ही हमने पहला वीडियो पंजाबी, हिंदी, इंग्लिश में बनाया। तो पंजाबी का वीडियो अभी एडिटिंग उसकी शुरू हो चुकी है और इस साल बैसाखी पर हम लोग उसको लॉन्च करेंगे, जिसको देखकर फिर कोई भी पंजाब भर में तो एटलीस्ट जंगल बना सकता है। ये उस वीडियो के कुछ फोटोज हैं। जंगल का सर्वे कैसे करना है, कैसे उन पेड़ों के बारे में पता लगाना है जो यहाँ के देसी पेड़ हैं। गौशाला में गाय के गौमूत्र से या उसके गोबर से कैसे वापस खाद बनानी है, जीवामृत बनाना है, वो ये पूरी टीम है। हम लोगों ने वीडियो बनाने के दौरान भी एक गुरु नानक पवित्र जंगल लगाया 400 वर्ग मीटर में, पत्तो हीरा सिंह गांव में, मोगा जिले में। तो देखा जाए तो पंजाब की इस धरती पर बहुत सारे ऐसे काम हो रहे हैं जो दुनिया में कभी नहीं हुए। पहली बार एक धर्म गुरु के जन्म दिवस को ऐसे मनाया गया कि जंगल लगाए जा रहे हैं जो हमेशा रहेंगे, और साथ ही पहली बार हम लोगों ने जंगल लगाने का एक वीडियो ट्यूटोरियल बनाया जिसको दुनिया में कोई भी देखकर अपना जंगल लगा सकता है। उसकी शुरुआत भी पंजाब से ही हुई। थैंक यू शुभेंदु जी। नाउ आई विल रिक्वेस्ट सरदार गुरविंदरपाल सिंह सज्जन, ਜਿਹੜੇ ਕਿ ਲੁਧਿਆਣਾ ਦੇ ਵਿੱਚ ਆਪਣੀ ਇੰਡਸਟਰੀ ਚਲਾਉਂਦੇ ਨੇ। ਇਹਨਾਂ ਦੇ ਕੋਲ ਕਰੀਬ 3600 ਵਰਕਰ ਕੰਮ ਕਰਦੇ ਨੇ ਸੱਜਣ ਪ੍ਰੀਸੀਜਨ ਕਾਸਟਿੰਗ ਦੇ ਅੰਡਰ, ਤੇ ਇਹਨਾਂ ਦੀ ਬਹੁਤ ਵੱਡੀ ਦੇਣ ਰਹੀ ਹੈ ਜਿਹੜੀ ਇਕੋਸਿਕ ਦੇ ਇਸ ਪ੍ਰੋਜੈਕਟ ਨੂੰ ਇਹ ਖੁਦ ਹੀ ਸਾਂਝੇ ਕਰਨ ਦੀ ਜੀ। ਸਰ ਸਾਰਿਆਂ ਨੂੰ ਜੀ ਆਇਆਂ। ਇਹ ਇਕੋਸਿਕ ਦਾ ਪ੍ਰੋਜੈਕਟ ਜਦੋਂ ਸ਼ੁਰੂ ਹੋਇਆ ਤਾਂ ਇਹਨਾਂ ਨਾਲ ਗੱਲਬਾਤ ਹੋਈ, ਇਹਨਾਂ ਨੂੰ ਪੁੱਛਿਆ ਕਿ ਤੁਸੀਂ ਪਲਾਂਟਸ ਕਿੱਥੋਂ ਲੈਣੇ ਨੇ। ਇਹ ਕਹਿੰਦੇ ਜੀ ਅਸੀਂ ਲੋਕਲ ਸਰਕਾਰੀ ਨਰਸਰੀਜ਼ ਤੋਂ ਪ੍ਰੋਕਿਓਰ ਕਰਦੇ ਹਾਂ। ਪਹਿਲਾ ਜੰਗਲ ਲਗਾਉਣ ਲੱਗਿਆ ਜਦੋਂ ਪ੍ਰੋਕਿਓਰਮੈਂਟ ਸ਼ੁਰੂ ਹੋਈ ਤੇ ਮੇਰਾ ਖਿਆਲ ਹੈ ਅੰਦਾਜ਼ਾ 1 ਮਹੀਨਾ ਲੱਗ ਗਿਆ ਤੇ 15 ਕੁ ਪ੍ਰਜਾਤੀਆਂ ਇਕੱਠੀਆਂ ਹੋਈਆਂ। ਉਸ ਤੋਂ ਬਾਅਦ ਇੱਕ ਦਿਨ ਪ੍ਰੋਗਰਾਮ ਬਣਿਆ ਵੀ ਇਹ ਕੰਮ ਏਦਾਂ ਨਹੀਂ ਚੱਲਣਾ, ਤੇ ਇਹਨਾਂ ਨੂੰ ਇਕੱਠੇ ਅਸੀਂ ਹੋ ਕੇ ਸਾਰੇ ਜਣੇ, 4 ਜਣਿਆਂ ਦੀ 5 ਜਣਿਆਂ ਦੀ ਟੀਮ ਸਹਾਰਨਪੁਰ ਤੋਂ ਜਾ ਕੇ ਬੂਟੇ ਪ੍ਰੋਕਿਓਰ ਕਰਨੇ ਸ਼ੁਰੂ ਕੀਤੇ ਤੇ 3 ਦਿਨ ਦੇ ਵਿੱਚ ਅਸੀਂ ਤਕਰੀਬਨ 30,000 ਬੂਟੇ ਉੱਥੋਂ ਪ੍ਰੋਕਿਓਰ ਕਰਕੇ ਤੇ ਆਪਣੀ ਫੈਕਟਰੀ ਦੇ ਪ੍ਰਮਿਸਿਸ ਦੇ ਵਿੱਚ ਨਰਸਰੀ ਬਣਾ ਦਿੱਤੀ। ਉਹਦੇ ਤੇ ਅਸੀਂ ਗ੍ਰੀਨ ਹਾਊਸ ਵੀ ਬਣਾਇਆ, ਸਾਰੇ ਉਹਦੇ ਸਟੈਚ ਬਣਾਏ, ਪਾਣੀ ਦੀ ਵਿਵਸਥਾ ਕੀਤੀ। ਉਸ ਤੋਂ ਬਾਅਦ ਹੁਣ ਜੰਗਲ ਦਾ ਇਹ ਆ ਬਈ ਇਹਨਾਂ ਦਾ ਇੱਕ ਵਲੰਟੀਅਰ ਆਉਂਦਾ ਤੇ ਉਹ 2 ਘੰਟੇ ਦੇ ਵਿੱਚ 550 ਬੂਟਾ ਲਗਵਾ ਕੇ ਲੇਬਰ ਅਸੀਂ ਫੈਕਟਰੀ ਤੋਂ ਫ੍ਰੀ ਦਿੰਦੇ ਹਾਂ ਇਹਨਾਂ ਨੂੰ। ਲੋਡਿੰਗ ਅਨਲੋਡਿੰਗ ਸਾਰੀ ਅਸੀਂ ਸੇਵਾ ਲੈਂਦੇ ਹਾਂ ਤੇ ਅੱਧੇ ਘੰਟੇ ਦੇ ਵਿੱਚ ਉਹ ਸਾਨੂੰ ਦੱਸਦੇ ਆ ਵੀ ਆਹ ਚੀਜ਼ ਚਾਹੀਦੀ ਆ ਤੇ ਤਕਰੀਬਨ 1 ਘੰਟੇ 1.5 ਘੰਟੇ ਦੇ ਵਿੱਚ ਉਹ ਬੂਟੇ ਲੈ ਕੇ ਤੇ ਟੈਂਪੂ ਰਵਾਨਾ ਹੋ ਜਾਂਦਾ ਤੇ ਉੱਥੇ ਸਾਰੀ ਤਿਆਰੀ ਹੋਈ ਹੁੰਦੀ ਹੈ ਤੇ ਨਾਲ ਦੀ ਨਾਲ ਲੱਗ ਜਾਂਦਾ। ਹੁਣ ਇਹ ਖੁਸ਼ੀ ਦੀ ਗੱਲ ਆ ਵੀ ਮੈਨੂੰ ਵੀ ਆਪਣੇ ਕੰਮ ਚੋਂ ਨਿਕਲ ਕੇ ਤੇ ਇਸ ਚੀਜ਼ ਵੱਲ ਤਵੱਜੋ ਦੇਣਾ, ਪਰ ਮੈਂ ਇੱਕ ਆਪਣਾ ਬੱਬੂ ਹੱਟ ਉੱਤੇ ਨਰਸਰੀ ਦੇ ਕੋਲ ਹੀ ਬਣਾ ਲਿਆ ਤੇ ਮੇਰਾ ਦਫ਼ਤਰ ਵੀ ਉੱਥੇ, ਸਟਾਫ ਜਿੰਨਾ ਵੀ ਜਿਹਨਾਂ ਕੋਈ ਸਾਈਨ ਕਰਾਉਣੇ ਹੋਣ, ਕੋਈ ਪੇਮੈਂਟ ਚਾਹੀਦੀ ਹੋਵੇ, ਕੋਈ ਪੇਪਰ ਸਾਈਨ ਕਰਾਉਣੇ ਹੋਣ ਤੇ ਉੱਥੇ ਬੱਬੂ ਹੱਟ ਦੇ ਥੱਲੇ ਆ ਜਾਂਦੇ ਨੇ। ਸਰਦਾਰ ਜੀ ਕਿਤੇ ਬੈਠੇ, ਖੇਤਾਂ 'ਚ ਬੈਠੇ, ਤੇ ਉਹਦੇ ਨਾਲ ਮੈਂ ਇੱਕ ਆਰਗੈਨਿਕ ਫਾਰਮਿੰਗ ਵੀ 2.5-3 ਏਕੜ 'ਚ ਕਰਦੇ ਆ ਤੇ ਜਿਹੜੀ ਵੀ ਸਬਜ਼ੀ ਹੁੰਦੀ ਹੈ ਉਹ ਤਕਰੀਬਨ 1 ਦਿਨ ਛੱਡ ਕੇ ਫੈਕਟਰੀ ਦੇ ਗੇਟ ਤੇ ਰੱਖ ਦਈਦੀ। ਉਹ ਲੇਬਰ ਆਪਣਾ ਫ੍ਰੀ ਜਿਹੜੀ ਆਪਣੀ ਲੋੜ ਮੁਤਾਬਕ ਲੈ ਜਾਂਦੇ ਆ ਤੇ ਇੱਕ ਦੂਜੀ ਸਾਹਮਣੇ ਫੈਕਟਰੀ, 2 ਫੈਕਟਰੀਆਂ ਨੇ, 1 ਦਿਨ ਉਸ ਦਿਨ ਉੱਧਰ ਰੱਖਦੇ ਤੇ 1 ਦਿਨ ਉੱਧਰ ਰੱਖ ਦਿੰਦੀ ਹੈ ਤੇ ਇਹਦੇ ਨਾਲ ਕਾਫੀ ਜੀ ਲੱਗਿਆ ਰਹਿੰਦਾ। ਸਿਹਤ ਵੀ ਅੱਗੇ ਨਾਲ ਅੱਛੀ ਹੈ ਤੇ ਕਰੋਨਾ ਵੀ ਆਰਾਮ ਨਾਲ ਕੱਟਿਆ ਗਿਆ। ਧੰਨਵਾਦ ਜੀ।
ਥੈਂਕ ਯੂ ਸੋ ਮਚ ਜੀ। ਇਦਾਂ ਦਾ ਜਿਹੜਾ ਜੀਵਨ ਸਮਰਪਿਤ ਹੋ ਕੇ ਲੋਕਾਂ ਲਈ ਪੰਜਾਬ ਲਈ ਕੰਮ ਕਰਨਾ, ਇਹ ਵਿਲੱਖਣ ਤੇ ਬਹੁਤ ਰੇਅਰ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਨੇ ਤੇ ਅੱਜ ਸਾਡੇ ਸ਼ਾਮਿਲ ਨੇ। ਨਾਓ ਆਈ ਵਿਲ ਰਿਕੁਐਸਟ ਸੰਦੀਪ ਮਹਿਤਾ ਜੀ, the owner of the biggest sacred forest in Punjab with 11,000 trees from Angels Valley School, Sandeep Mehta ji. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਨੂੰ ਤਾਂ ਐਂ ਲੱਗਦਾ ਸੀ ਵੀ ਮੈਂ ਬਹੁਤ ਹੀ ਛੋਟਾ ਜੰਗਲ ਲਾਇਆ, 1.25 ਏਕੜ ਜਗ੍ਹਾ। ਸਹੀ ਮਾਨੇ 'ਚ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਇੱਕ ਜੰਗਲ ਨਹੀਂ ਕਹਿ ਸਕਦੇ ਉਹਨੂੰ। ਅੱਜ ਦੇਖੋ ਆਪਣੇ ਪੰਜਾਬ ਦੇ ਵਿੱਚ ਕੀ ਨੌਬਤ ਆ ਚੁੱਕੀ ਹੈ ਕਿ 1.25 ਏਕੜ ਦੇ ਜੰਗਲ ਨੂੰ ਵੀ ਆਪਾਂ ਕਹਿੰਦੇ ਹਾਂ ਵੀ ਇੱਕ ਜੰਗਲ ਬਣਾਇਆ, ਜਦ ਕਿ ਜੰਗਲ ਦਾ ਮਤਲਬ ਹੈ 100 ਏਕੜ, 50 ਏਕੜ, 20 ਏਕੜ, 10 ਏਕੜ। ਪੈਸਿਆਂ ਵਾਸਤੇ ਆਪਾਂ ਸਫੈਦੇ ਲਾਉਂਦੇ ਆ, ਕੋਈ ਪਪੂਲਰ ਲਾਉਂਦੇ ਆ, ਫਾਰਮਰਸ ਲਾਉਂਦੇ ਆ, ਲੇਕਿਨ ਡੈਡੀਕੇਟਡ ਆਪਾਂ ਉਹਨੂੰ ਨਹੀਂ ਦਿੰਦੇ। ਤਾਂ ਮੈਂ ਬਹੁਤ ਛੋਟਾ ਉਪਰਾਲਾ ਕੀਤਾ ਹੈ ਔਰ ਮੈਂ ਚਾਹਾਂਗਾ ਕਿ ਮੈਂ ਖੁਦ ਇਸ ਤੋਂ ਇੰਸਪਾਇਰ ਹੋ ਕੇ ਇਸ ਤੋਂ ਵੱਡੇ ਉਪਰਾਲੇ ਕਰਾਂ ਔਰ ਲੋਕੀ ਵੀ ਇਹਨੂੰ ਇੱਕ ਇਸ ਢੰਗ ਨਾਲ ਲੈਣ ਕਿ ਮੈਨੂੰ ਤਾਂ ਜ਼ਿਆਦਾ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਮੇਰੇ ਤਾਂ ਦਿਮਾਗ 'ਚ ਸਿਰਫ ਬੱਚਿਆਂ ਦੇ ਸਕੂਲ ਕਰਕੇ, ਇੱਕ ਸਾਡੇ ਜਿਹੜੇ ਸਕੂਲ 'ਚ ਬੱਚੇ ਪੜ੍ਹਦੇ ਨੇ ਉਹਨਾਂ ਵਾਸਤੇ ਮੈਂ ਸੋਚਿਆ ਕਿ ਕੁਝ ਉਹਨਾਂ ਨੂੰ ਬਾਇਓਡਾਇਵਰਸਿਟੀ, ਪੋਲੀਨੇਸ਼ਨ ਔਰ ਉਹਦੇ ਬਾਅਦ ਜਿਹੜੇ ਜੀਵ ਜੰਤ ਜਿਹੜੇ ਉਸ ਜੰਗਲ 'ਚ ਪੰਛੀ, ਇਦਾਂ ਦਾ ਜਿਹੜਾ ਬਾਇਓਡਾਇਵਰਸਿਟੀ ਉੱਥੇ ਡਿਵੈਲਪ ਹੋਏਗੀ ਤਾਂ ਉਹਦੇ ਨਾਲ ਬੱਚਿਆਂ ਨੂੰ ਨੇਚਰ ਨਾਲ, ਪ੍ਰਕਿਰਤੀ ਨਾਲ ਜੁੜਨ ਦਾ ਇੱਕ ਮੌਕਾ ਮਿਲੇਗਾ। ਮੇਰਾ ਤਾਂ ਪਰਪਸ ਸ਼ੁਰੂ 'ਚ ਇੰਨਾ ਸੀ, ਲੇਕਿਨ ਜਦ ਇਹਨਾਂ ਨੂੰ ਮੇਰੇ ਇੱਕ ਸੰਗਰੂਰ 'ਚ ਦੋਸਤ ਨੇ, ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਇਕੋਸਿਕ ਨਾਮ ਦੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਜੰਗਲ ਡਿਵੈਲਪ ਕਰਦੀ ਹੈ, ਉਹਦੀ ਐਕਸਪਰਟੀਜ਼ ਹੈ। ਕਿਉਂਕਿ ਜੇ ਆਪਾਂ ਕਹੀਏ ਨਾ ਜੰਗਲ ਲਾਉਣਾ ਹੈ, ਤੁਸੀਂ ਸੋਚ ਲਓ ਆ ਜੰਗਲ ਲਾਉਣਾ, ਜੇ ਤੁਹਾਡੇ ਕੋਲ ਐਕਸਪਰਟੀਜ਼ ਨਹੀਂ ਹੈ ਨਾ ਤਾਂ ਤੁਹਾਡੇ 10,000 ਬੂਟੇ ਲਾਏ ਹੋਏ 5,000 ਵੈਸੇ ਹੀ ਖਤਮ ਹੋ ਜਾਂਦੇ ਔਰ ਉਹਨਾਂ ਦੀ ਜਿਹੜੀ ਗਰੋਥ ਹੈ ਉਹ ਜੋ 8 ਸਾਲ 10 ਸਾਲ ਹੋਏਗੀ, ਉਨੇ ਟਾਈਮ ਦੇ ਵਿੱਚ ਤੁਹਾਡਾ ਇੱਕ ਚਾਰਮ ਖਤਮ ਹੋ ਜਾਏਗਾ ਵੀ ਕਦੋਂ ਲਾਇਆ, ਕਦੋਂ ਵੇਖਿਆ, ਕਦੋਂ ਉਹਦਾ ਐਕਸਪੀਰੀਅੰਸ ਗੇਨ ਕੀਤਾ। ਬਟ ਜਿਹੜਾ ਇਕੋਸਿਕ ਦੇ ਕੋਲ ਐਕਸਪਰਟੀਜ਼ ਹੈ ਵਿਦ ਆਲ ਜਿਹੜੇ ਉਹਨਾਂ ਦੇ ਮੈਂਟਰਸ ਨੇ, ਸ਼ੁਭਿੰਦੂ ਜੀ ਜਾਂ ਬਾਕੀ ਸਰਦਾਰ ਚਰਨਜੀਤ ਸਿੰਘ ਜੀ ਮੇਰਾ ਖਿਆਲ, ਤਾਂ ਇਹ ਲੋਕ ਉਹਨਾਂ ਨੇ ਇੱਕ ਟੈਕਨੀਕਸ ਜਿਹੜੀਆਂ ਸਾਇੰਟੀਫਿਕ ਬੇਸਡ ਟੈਕਨੀਕਸ ਡਿਵੈਲਪ ਕੀਤੀਆਂ। ਇਹ 4 ਫੁੱਟ ਜ਼ਮੀਨ ਨੂੰ ਪਹਿਲਾਂ ਖੋਦਦੇ ਸਾਰੇ ਏਰੀਏ ਨੂੰ JCBs ਨਾਲ, ਉਹਦੇ ਬਾਅਦ ਉਹਦੇ ਵਿੱਚ ਜਿਹੜਾ ਰਾਈਸ ਹਸਕ ਫੂਸ ਕਹਿੰਦੇ ਆ, ਉਹਦੇ ਬਾਅਦ ਉਹਦੇ ਵਿੱਚ ਤੂੜੀ ਜਿਹੜੀ ਵੀਟ ਸਟਰਾ, ਉਹਦੇ ਬਾਅਦ ਉਹਦੇ ਵਿੱਚ ਪਰਾਲੀ ਔਰ ਉਹਦੇ ਬਾਅਦ ਜਿਹੜੀ ਗਾਏ ਦੇ ਜਾਂ ਫਾਰਮ ਯਾਰਡ ਮੈਨਿਓਰ ਜਿਹੜੀ ਹੈ ਉਹ ਮਿਕਸ ਕਰਕੇ ਅੱਛੀ ਤਰ੍ਹਾਂ ਨਾਲ ਜ਼ਮੀਨ ਨੂੰ ਪੋਲਾ ਕਰਦੇ। ਉਹਦੇ 'ਚ ਜਿਹੜੇ ਡਲੇ ਨੇ ਉਹਦੇ 'ਚ ਲੇਬਰ ਲਾ ਕੇ ਕੱਲਾ ਕੱਲਾ ਡਲਾ ਉਹਦਾ ਜਿਹੜਾ ਹੈ ਹਾਰਡ ਜਿਹੜੀ ਉਹ ਹੈ ਸੋਇਲ, ਉਹਨੂੰ ਤੋੜ ਕੇ ਇਨਸ਼ੋਰ ਕਰਦੇ ਨੇ, ਉਹਦੇ ਨਾਲ ਕੱਲੇ ਕੱਲੇ ਪੌਦੇ ਨਾਲ ਸਟਿਕਸ ਲਾਉਂਦੇ ਨੇ। ਮੇਰੇ ਵਾਸਤੇ ਬਹੁਤ ਵੱਡਾ ਐਕਸਪੀਰੀਅੰਸ ਰਿਹਾ ਕਿ ਇਹਨਾਂ ਨੇ ਕੱਲੇ ਕੱਲੇ ਬੂਟੇ ਸੰਭਾਲਿਆ ਔਰ ਇਹ ਇਨਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਬੱਚੇ ਵੱਡਾ ਹੋਵੇ। ਉਹਦੇ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਪੰਜਾਬ ਦੇ ਵਿੱਚ ਕੁਝ ਪ੍ਰਜਾਤੀਆਂ ਐਸੀਆਂ ਨੇ ਜਿਹੜੀਆਂ 100, 200 ਸਾਲ, 300 ਸਾਲ ਪਹਿਲੇ ਹੁੰਦੀਆਂ ਸੀ, ਲੇਕਿਨ ਹੁਣ ਉਹ ਸਮੇਂ ਨਾਲ ਜੋ ਪੈਸਟੀਸਾਈਡਸ, ਆਦਮੀ ਦੇ, ਇਨਸਾਨ ਦੇ ਲਾਲਚ ਕਰਕੇ ਖਤਮ ਹੋ ਗਈ। ਅਸੀਂ ਉਹਨਾਂ ਨੂੰ ਕੱਟ ਦਿੱਤਾ, ਦੁਬਾਰਾ ਉਹਨਾਂ ਨੂੰ ਲਾਉਣ ਦਾ ਕਿਸੇ ਨੇ ਧਿਆਨ ਨਹੀਂ ਕੀਤਾ, ਤਾਂ ਕਹਿੰਦੇ ਵੀ ਉਹ ਜੋਧਪੁਰ 'ਚ ਉਹ ਸਾਰੀਆਂ ਪ੍ਰਜਾਤੀਆਂ ਅਵੇਲੇਬਲ। ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਉਹ ਜੋਧਪੁਰ 'ਚੋਂ ਮੰਗਾਓ, ਜੋ ਵੀ ਉਹਦਾ ਟਰਾਂਸਪੋਰਟੇਸ਼ਨ ਹੋਏਗਾ, ਅਰੇਂਜਮੈਂਟ ਹੋਏਗਾ, ਮੈਂ ਕਰਾਂਗਾ। ਤਾਂ ਉਹਦੇ ਬਾਅਦ ਇਹਨਾਂ ਨੇ 2000
2000 ਜਾਂ 3000 ਬੂਟਾ ਉਹਦੇ ਚ ਐਸਾ ਵੀ ਲਾ ਤਾਂ ਕੁੱਲ ਮਿਲਾ ਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਰਾ ਉਪਰਾਲਾ ਬੜਾ ਛੋਟਾ ਉਪਰਾਲਾ ਹੈ। ਲੋਕਾਂ ਨੂੰ ਵੱਡੇ ਪੱਧਰ ਤੇ ਸੋਚਣਾ ਚਾਹੀਦਾ ਹੈ। ਲੋਕਾਂ ਕੋਲ 100 200 ਏਕੜ ਲੈਂਡ ਹੈ, 50 ਏਕੜ ਲੈਂਡ ਹੈ। ਪਰਟੀਕੁਲਰਲੀ ਅਸੀਂ 3 ਏਕੜ 2 ਏਕੜ 4 ਏਕੜ ਦੇ ਫਾਰਮਰ ਤੋਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਆਪਣੀ ਕਮਾਈ ਦਾ ਜਿਹੜਾ ਜ਼ਰੀਆ ਹੈ ਉਹ ਜੰਗਲ ਦੇ ਵਾਸਤੇ ਕੱਟੇ, ਉਹਦੇ ਵਾਸਤੇ ਪਹਿਲੇ ਰੋਟੀ ਜ਼ਿਆਦਾ ਨਹੀਂ ਹੈ। ਲੇਕਿਨ ਜਿਹੜੇ ਲੋਕਾਂ ਕੋਲ 50 ਏਕੜ 20 ਏਕੜ 25 ਏਕੜ 30 ਏਕੜ ਵੈਸੇ ਵੀ ਝਾੜ ਘਟ ਜਾਂਦਾ ਹੈ, ਵੱਧ ਜਾਂਦਾ ਹੈ, ਮੌਸਮ ਦੀ ਮਾਰ ਪੈ ਜਾਂਦੀ ਹੈ, ਆਪਾਂ ਸਭ ਕੁਝ ਬਰਦਾਸ਼ਤ ਕਰਦੇ ਹਾਂ। ਇਨਪੁੱਟ ਕਾਸਟ ਵੱਧ ਜਾਂਦੀ ਹੈ, ਕਈ ਵਾਰ ਫਸਲ ਦਾ ਭਾਅ ਜਿਹੜਾ ਹੈ ਉਹਦੇ ਕਰਕੇ ਆਪਾਂ ਨੂੰ ਰੇਟ ਨਹੀਂ ਮਿਲਦਾ, ਤਾਂ ਆਪਾਂ ਫਾਰਮਰਸ ਉਹ ਵੀ ਤਾਂ ਬਰਦਾਸ਼ਤ ਕਰਦੇ ਹਾਂ। ਏਦਾਂ ਹੀ ਇੰਡਸਟਰੀਅਲਿਸਟ ਨੇ, ਅਸੀਂ ਪ੍ਰੋਜੈਕਟ ਲਾਉਂਦੇ ਹਾਂ, 5 ਏਕੜ ਲੈਣ ਲੈਂਦੇ ਹਾਂ, 6 ਏਕੜ ਲੈਂਦੇ ਹਾਂ, 20 ਏਕੜ ਲੈਂਦੇ ਹਾਂ, 50 ਏਕੜ ਲੈਂਦੇ ਹਾਂ। ਤਾਂ ਜੇ ਆਪਾਂ ਇਹੀ ਸੋਚ ਲਈਏ ਕਿ ਅਸੀਂ ਪ੍ਰੋਜੈਕਟ ਲਾਣਾ ਹੈ ਤੇ 20 ਏਕੜ ਦੀ ਬਜਾਏ ਆਪਾਂ 22 ਏਕੜ ਲੈਂਡ 10% ਲੈਂਡ ਐਕਸਟਰਾ ਖਰੀਦ ਕੇ ਉਹਦੇ ਵਿੱਚ 2 ਏਕੜ ਦਾ ਇੱਕ ਜੰਗਲ ਲਾ ਦਈਏ, ਤਾਂ ਸਾਡੀ ਪ੍ਰੋਜੈਕਟ ਕਾਸਟ ਤੇ ਕੋਈ ਬਹੁਤ ਵੱਡਾ ਅੰਤਰ ਨਹੀਂ ਪੈਂਦਾ। ਤਾਂ ਜੇ ਸਾਰੇ ਲੋਕ ਥੋੜਾ ਥੋੜਾ ਇਹਦੇ ਚ ਏਦਾਂ ਸੋਚਣ ਲੱਗ ਜਾਣਗੇ ਤਾਂ ਮੈਨੂੰ ਉਮੀਦ ਹੈ ਵੀ ਇੱਥੇ ਬਹੁਤ ਸਾਰੇ, ਔਰ ਫਿਰ ਸਭ ਤੋਂ ਵੱਡੀ ਗੱਲ ਹੈ ਵੀ ਆਰ ਫਾਰਚੂਨੇਟ ਕਿ ਤੁਹਾਡੇ ਕੋਲ ਇੱਕ ਆਰਗੇਨਾਈਜੇਸ਼ਨ ਹੈ ਇੱਕੋ ਸਿੱਖ, ਜਿਹਦੀ ਏਬਲ ਗਾਈਡੈਂਸ ਦੇ ਵਿੱਚ ਤੁਸੀਂ ਇਹ ਕੰਮ ਨੂੰ ਸਿਰੇ ਲਾ ਸਕਦੇ। ਤਾਂ ਮੈਂ ਤਾਂ ਸਿਰਫ ਇਹੀ ਚਾਹਾਂਗਾ ਕਿ ਲੋਕੀ ਇਹਦੇ ਵਿੱਚ ਅੱਗੇ ਵੱਧ ਚੜ ਕੇ ਆਉਣ ਔਰ ਕੰਟਰੀਬਿਊਟ ਵਾਤਾਵਰਨ ਨੂੰ ਅੱਛਾ ਕਰਨ। ਥੈਂਕ ਯੂ ਸੰਦੀਪ ਜੀ। ਇਹਨਾਂ ਦਾ ਚਾਹ ਤਾਂ ਬਹੁਤ ਵੱਡਾ ਹੈ। ਕੱਲ ਗੱਲ ਕਰ ਰਹੇ ਸੀ ਫੋਨ ਤੇ ਵੀ, ਜਿੰਨੇ ਮੇਰੇ ਪੋਲਟਰੀ ਫਾਰਮਸ ਨੇ, ਜਿੰਨੇ ਵੀ ਪ੍ਰੋਜੈਕਟਸ ਮੇਰੇ ਨੇ, ਫੈਕਟਰੀਆਂ ਨੇ, ਉਹ ਸਾਰਿਆਂ ਦੇ ਵਿੱਚ ਮੈਂ ਕੁਛ ਨਾ ਕੁਛ ਫੋਰੈਸਟ ਪਲਾਂਟੇਸ਼ਨ ਜ਼ਰੂਰ ਕਰਾਂਗਾ। ਬਹੁਤ ਮੁਬਾਰਕ ਹੈ ਕਿ ਇਹ ਜੇ ਲੋਕ ਪੰਜਾਬ 'ਚ ਜਿਉਂਦੇ ਨੇ ਤੇ ਹੋਰ ਲੋਕਾਂ ਨੂੰ ਵੀ ਹੋਰ ਜਾਗ ਲਾਉਣ ਦੀ, ਇਹ ਇੰਸਪਾਇਰ ਕਰਨ ਦਾ ਇਹਨਾਂ ਦਾ ਪੂਰਾ ਜਿਹੜਾ ਮਹੱਤਵਪੂਰਨ ਯੋਗਦਾਨ ਰਹੇਗਾ। ਥੈਂਕ ਯੂ ਸੋ ਮਚ ਜੀ। ਤੇ ਐਡਵੋਕੇਟ ਸਹਿਜਵੀਰ ਸਿੰਘ ਐਂਡ ਐਡਵੋਕੇਟ ਨਹਿਮਤ ਕੌਰ, ਮੈਂ ਜ਼ਰੂਰ ਚਾਹੁੰਦਾ ਕਿ ਬਹੁਤ ਸਾਰਾ ਕੁਝ ਤੁਹਾਨੂੰ ਐਕਸਪੀਰੀਅੰਸ ਦੱਸਣ, ਪਰ ਇਹਨਾਂ ਦੇ ਸਾਰੇ ਐਕਸਪੀਰੀਅੰਸ ਨੂੰ ਅਸੀਂ 3 ਮਿੰਟ 'ਚ ਕੈਦ ਕਰਕੇ ਇੱਕ ਵੀਡੀਓ ਬਣਾਈ ਹੈ। ਜਸਲੀਨ ਜੀ ਇੱਕ ਵਾਰੀ ਆਫ ਕਰੋ। ਤੇ ਮੈਂ ਕਹਿੰਦਾ ਤੁਹਾਡੇ ਸਾਰੇ ਐਕਸਪੀਰੀਅੰਸਿਸ ਅਸੀਂ ਵੀਡੀਓ ਦੇ ਰਾਹੀਂ, ਕਿਉਂਕਿ ਜੋ ਇਸ ਦਾ ਮੋਡ ਸੀਗਾ ਉਹਨਾਂ ਦਾ ਵਿਆਹ ਤੋਂ ਪਹਿਲਾਂ ਜਦੋਂ ਇਹਨਾਂ ਨੇ 3 ਦਿਨ ਪਹਿਲੇ ਜੰਗਲ ਲਗਾਇਆ, that was just inspiring, ਤੇ ਸਾਰੀ ਦੁਨੀਆ ਨੂੰ ਇਹਨਾਂ ਨੇ ਇੰਸਪਾਇਰ ਕਰ ਦਿੱਤਾ। ਵੀਡੀਓ ਪਲੇ ਕਰਦਾ ਹਾਂ। ਸਹਿਜਵੀਰ ਸਿੰਘ ਤੇ ਨਹਿਮਤ ਕੌਰ, ਇਹਨਾਂ ਨੇ ਇਤਿਹਾਸ ਸਿਰਜ ਦਿੱਤਾ। ਇਹ ਦੋ ਨਾਮ ਹਮੇਸ਼ਾ ਦੁਨੀਆ ਦੇ ਵਿੱਚ ਤੇ ਪੰਜਾਬ ਦੀ ਹਿਸਟਰੀ ਵਿੱਚ ਤੇ ਇਕੋਲੋਜੀ ਦੀ ਹਿਸਟਰੀ ਦੇ ਵਿੱਚ ਯਾਦ ਰੱਖੇ ਜਾਣਗੇ, ਕਿਉਂਕਿ ਇਹਨਾਂ ਨੇ ਆਪਣਾ ਵਿਆਹ 550 ਰੁੱਖਾਂ ਦਾ ਜੰਗਲ, ਗੁਰੂ ਨਾਨਕ ਪਵਿੱਤਰ ਜੰਗਲ ਲਵਾ ਕੇ ਸੈਲੀਬ੍ਰੇਟ ਕੀਤਾ। ਇਹ ਜਿਹੜੇ ਗੁਰੂ ਨਾਨਕ ਪਵਿੱਤਰ ਜੰਗਲ ਦੇ ਵਿੱਚ 38 ਪ੍ਰਜਾਤੀਆਂ ਪੰਜਾਬ ਦੀਆਂ ਨੇਟਿਵ ਸਪੀਸੀਜ਼ ਲਗਾਈਆਂ ਤੇ ਕੁਦਰਤ ਦੇ ਲਈ ਤੇ ਪੰਜਾਬ ਦੇ ਲਈ ਇੱਕ ਨਾਯਾਬ ਤੋਹਫਾ ਜਿਹੜਾ ਔਲਖ ਪਰਿਵਾਰ ਤੇ ਬਾਜਵਾ ਪਰਿਵਾਰ ਨੇ ਰਲ ਕੇ ਆਪਣੇ ਬੱਚਿਆਂ ਦੇ ਆਨੰਦ ਕਾਰਾਂ ਦੀ ਖੁਸ਼ੀ ਦਿਵਾਇਆ। ਆਓ ਦੇਖੀਏ ਕਿ ਕਿਸ ਤਰ੍ਹਾਂ ਇਹਨਾਂ ਦੋਨਾਂ ਬੱਚਿਆਂ ਨੇ ਤੇ ਇਹਨਾਂ ਦੇ ਪਰਿਵਾਰਾਂ ਨੇ ਰਲ ਮਿਲ ਕੇ ਮਿਸਾਲ ਕਾਇਮ ਕਰ ਦਿੱਤੀ ਕਿ ਆਉਣ ਵਾਲੇ ਬੱਚੇ ਜਿਨ੍ਹਾਂ ਦਾ ਵੀ ਆਨੰਦ ਕਾਰਜ ਹੋਣਾ ਹੈ, ਇਸੇ ਤਰ੍ਹਾਂ ਕੁਦਰਤ ਨੂੰ ਸੈਲੀਬ੍ਰੇਟ ਕਰਨ ਤੇ ਆਪਣੇ ਵਿਆਹ ਤੇ ਕੁਦਰਤ ਨੂੰ ਪੇ ਬੈਕ ਕਰਨ ਇੱਕ ਜੰਗਲ ਦੇ ਰੂਪ ਵਿੱਚ। I think primarily the motivation was the fact my partner always says that we must give back to the community, and he has been associated with EcoSig for a very long time. This is his 4th forest. Milni is 2 families coming together, and I think that one way of also celebrating this ceremony is planting together and bonding together, and not just 2 families. I feel like it's something you can do for the entire community together. So I think this is the perfect way to represent oneness. जब एक फैमिली को देखिए तो फॉरेस्ट को देखिए बहुत सिमिलैरिटीज हैं। तरीके ना फैमिली में you need patience, you need to adjust with each other, you need to depend on each other, to rely on each other. I think ये सारे aspects फॉरेस्ट कवर हो जाते हैं। So I feel कि फॉरेस्ट को बढ़िया कोई सिंपल नहीं हो सकता for a family. I'm feeling so blessed and
it's very, very motivating for all of us. And लगता है कि सब और करना चाहिए, you know, we should be more involved in all this. बड़ा ही अच्छा लग रहा है, बड़ा ही अच्छा एक्सपीरियंस है, wonderful. मैं तो पंजाब के यूथ हूँ कि खास करके उन्होंने पेरेंट्स जो कि जिन्होंने बच्चे मैरिजेबल एज ਦੇ उन्होंने ਇਹਦਾ ਤੋਂ ਇਨੀਸ਼ੀਏਟਿਵ ਲੈ ਕੇ ਇਹਨੂੰ ਹੋਰ ਤੱਕ ਵਧਾਉਣਾ ਚਾਹੀਦਾ। ਸਾਡੇ ਮੌਸਮ ਚੇਂਜ ਹੁੰਦੇ ਜਾ ਰਹੇ ਆ, ਬਾਰਿਸ਼ਾਂ ਦਾ ਵਾਧੀਆਂ ਘਟਦੀਆਂ ਜਾ ਰਹੀਆਂ। ਆਈ ਫੀਲ ਕਿ ਜਿਹੜਾ ਸੋਲੂਸ਼ਨ ਹੈ ਉਹ ਇਹੀ ਹੈ, ਇੱਥੇ ਨੈਚੁਰਲ ਗਰੋਥ ਦੇ ਪਲਾਂਟਸ ਲਾ ਰਹੇ ਹਾਂ, ਉਹ ਪਲਾਂਟਸ ਦੇ ਨਾਲ ਜਿਹੜਾ ਫੋਨਾ ਹੋਣਾ ਜਿਹੜਾ ਕਿ ਬਰਡਸ ਆਉਣਗੇ, ਉਹ ਬਰਡ ਜਿਹੜੇ ਹੋਣਗੇ ਉਹ ਇੱਕ ਐਡੀਸ਼ਨਲ ਬੈਨੀਫਿਟ ਹੋਏਗਾ ਜਿਹੜਾ ਕਿ ਇਹਨਾਂ ਨੂੰ 4-5 ਸਾਲ ਬਾਅਦ ਸਾਹਮਣੇ ਆਏਗਾ, ਜਿਹੜਾ ਕਿ ਬੜਾ ਅੱਛਾ ਹੋਏਗਾ। ਇਸ ਵੈਰੀ ਗੁੱਡ। ਮਤਲਬ ਜੋ ਚੀਜ਼ਾਂ ਮੈਂ ਸੋਚਦੀ ਹੁੰਦੀ ਸੀ ਨਾ ਉਹ ਪ੍ਰੈਕਟੀਕਲੀ ਹੋਈਆਂ ਨੇ। ਇਹ ਚੀਜ਼ਾਂ ਪਲਾਂਟੇਸ਼ਨ ਔਰ ਇਹ ਸਭ ਕੁਝ ਮੈਰਿਜ ਦੇ ਟਾਈਮ ਤੇ ਮਤਲਬ ਸੋਚ ਤੋਂ ਵੀ ਉੱਪਰ ਹੈ। ਜਿਹੜੀ ਚੀਜ਼ਾਂ ਮੈਂ ਸੁਪਨੇ 'ਚ ਸੋਚਦੀ ਸੀ ਉਹ ਸਭ ਸਾਕਾਰ ਹੋਈ। ਮਤਲਬ ਬੱਚਿਆਂ ਨੂੰ ਇਸ ਚੀਜ਼ ਦਾ ਮੀਨਿੰਗ ਵੀ ਪਤਾ ਚੱਲਦਾ, ਗੱਲਾਂ ਨਾਲ ਨਹੀਂ ਪ੍ਰੈਕਟੀਕਲੀ ਕਰਕੇ ਪਤਾ ਲੱਗਦਾ ਕਿ ਵਾਕਈ ਹਾਂ ਕੀ ਚੀਜ਼ ਹੈ ਪਲਾਂਟੇਸ਼ਨ ਕਰਨ ਦੇ ਬੈਨੀਫਿਟਸ ਤੇ ਸਭ ਕੁਝ ਕਿਵੇਂ ਹੈ। ਜਿਹੜੇ ਚੰਗੇ ਸਕੂਲ ਨੇ ਵੀ ਉਹਦੀ ਥੈਰੇਪੀ ਤਾਂ ਪੜ੍ਹਾ ਦਿੰਦੇ ਪਲਾਂਟ ਟ੍ਰੀਜ਼, ਅੱਜ ਉਹਨਾਂ ਨੂੰ ਪ੍ਰੈਕਟੀਕਲੀ ਹਾਊ ਟੂ ਪਲਾਂਟ। What I take away from the whole thing is कि जो process भी है बड़ा scientific process है and with minimum efforts maximum output के लिए लेके आना, it's very impressive. अगर really हो कि हो लोग अभी कुछ चैनल देख के हॉप ऑन करन कुछ एक्टिव विद इवन इफ वी कैन इन्फ्लुएंस लाइक 5 और लोग एयर मिल रही है 5 और करें, इमेजिन 5 into 550 more trees, that would be so many trees. It really inspired me also, like I would want to go and tell my friends that look, my sister has done this on your wedding, you should do it too. So like, this made me so inspired, and like this movement can inspire other people also. More than support, some blessings भी हैं। Yeah. So blessings भी support देना almost equally important. And we are very lucky and fortunate कि सारे parents नाल, सारे friends, सारे family friends, सारे relatives, everyone came to me. So जो I witnessed किया, this is going to be one of the most cherished memories this ਹੁਣ तक जितनी मेरी life हुई है। So I'm very happy about it. I think some ceremonies have now become outdated, and we are moving forward into the future, and we need to update ourselves. So we being lawyers, some kya jante hain कि you have to fight for the rights of the citizens. I think it's high time कि अपना fundamental rights की जगह fundamental duties पे ध्यान दिए। जितनी देर तक चंगा environment नहीं मिलेगा, उन्हीं देर तक किसी भी तरीके की forced ceremonies कह लो, marriages कह लो, या anything for that matter, whatever we do, environment चंगा नहीं मिलेगा, फिर बाकी सारी activities अपने आप ही degrade हो जाएंगी। I totally agree with you. We should all be concerned. It's our civic duty to make sure that we take care of our environment. 550 रुख गुरु मिला, 550 रुख गुरु मिला, 550 रुख गुरु मिला। Brief in 1 minute your experience. Like First of all, I would like to thank the NGO for giving us this opportunity कि सानू NGO करके ही असी अपनी ड्रीम ਨੂੰ लिविंग रियलिटी बना सके। When we were planning our wedding, साडा पहला ही फर्स्ट डे को साडा मन से कि ऐसी चीज़ें बहुत सिंपल रखना चाहते हैं। आई थिंक कोविड ने एक ऐसी सिचुएशन खड़ी करती सी एंड एक बहुत ही बड़ा सानू लेसन दिता कि जे असी नेचर ਨੂੰ नहीं ध्यान च रखांगे ਤਾਂ ਉਹਦੇ ਜਿਹੜੇ ਰਿਜ਼ਲਟਸ ਨੇ, ਉਹਦੇ ਜਿਹੜੇ ਇੰਪਲੀਕੇਸ਼ਨਸ ਨੇ ਉਹ ਬਹੁਤ ਡੈਵਸਟੇਟਿੰਗ ਹੋ ਸਕਦੇ ਨੇ। ਐਂਡ ਆਈ ਫੀਲ ਕਿ ਇਨਵਾਇਰਨਮੈਂਟ ਇੱਕ ਐਸਾ ਸੈਕਟਰ ਹੈ ਜਿਹੜਾ ਇਗਨੋਰ ਹੋ ਜਾਂਦਾ ਹੈ ਤੇ ਬਾਕੀ ਸਾਰੀ ਚੀਜ਼ਾਂ ਨੂੰ ਤਾਂ ਲੋਕੀ ਧਿਆਨ 'ਚ ਰੱਖ ਲੈਂਦੇ ਨੇ, ਬਟ ਇਨਵਾਇਰਨਮੈਂਟ ਨੂੰ ਆਪਾਂ ਸ਼ਾਇਦ ਗ੍ਰਿਪ ਆਫ ਗ੍ਰਾਂਟਡ ਲੈ ਲੈਂਦੇ ਹਾਂ। ਜੇ ਆਪਾਂ ਫੈਕਟਸ ਦੀ ਗੱਲ ਕਰੀਏ, ਅੱਜ ਪੰਜਾਬ 'ਚ 3.67% ਫੋਰੈਸਟ ਕਵਰ ਹੈ ਐਂਡ I don't feel very great about it, but we are second lowest state amongst all other states in terms of forest cover. So I think we need such NGOs and we need to promote such NGOs ताकि अपना पंजाब खुशहाली बसी रहे ते future generations वास्ते एक चंगा environment होवे। एक celebrate करने का तरीका हुन दे टाइम मैंने लगता है बदल जाना चाहिए। Rather than splurging and rather than spending on unnecessary things, it is important कि अपना wedding जब बहुत ही pious occasion है, इस pious occasion की महत्वता ਨੂੰ समझते हुए सानू इस चीज़ ਨੂੰ nature ਦੇ ਨਾਲ celebrate करना चाहिए। And I think एक ऐसा symbol है कि for generations to come, ਤੁਸੀਂ ਅਗਲੀ ਜਨਰੇਸ਼ਨ ਨੂੰ ਵੀ ਮੋਟੀਵੇਟ ਕਰਦੇ ਹੋ, ਆਪਦੀ ਫੈਮਿਲੀ ਦੇ ਕਮਿੰਗ ਜਨਰੇਸ਼ਨਸ ਵੀ ਮੋਟੀਵੇਟ ਹੁੰਦੀਆਂ ਨੇ
ਕਿ ਹਾਂਜੀ ਕਿ ਸਾਡੇ ਅੱਗੇ ਪਿਛਲੇ 4 ਜਨਰੇਸ਼ਨ ਦੇ ਸਾਡੇ ਨੇਚਰ ਦਾ ਖਿਆਲ ਰੱਖਿਆ, ਸਾਨੂੰ ਚੰਗਾ এনवायरमेंट ਦਿੱਤਾ, ਨਹੀਂ ਤਾਂ ਬਾਕੀ ਸਭ ਚੀਜ਼ਾਂ ਯੂਜ਼ਲੈਸ ਹੋ ਜਾਣਗੀਆਂ, ਐਜ਼ ਆਈ ਸੈਡ ਦਿਸ ਇਨ ਦ ਵੀਡੀਓ ਆਲਸੋ। And I would like to thank once again to the NGO for giving us the opportunity to make it available there. Thank you. I think Sarah said enough on that. ਥੈਂਕ ਯੂ ਜੀ, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਇਹਨਾਂ ਨੇ ਸਿਰਫ ਇੱਕ ਵਿਆਹ ਤੋਂ ਸ਼ੁਰੂਆਤ ਹੋਈ ਹੈ, ਆਉਣ ਵਾਲੇ ਸਮੇਂ 'ਚ ਬਰਥਡੇਜ਼ ਵੀ ਇਦਾਂ ਸੈਲੀਬ੍ਰੇਟ ਹੋਇਆ ਕਰਨਗੇ, ਐਨੀਵਰਸਰੀਜ਼ ਵੀ ਹੋਇਆ ਕਰਨਗੀਆਂ, ਤੇ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਸੈਰੇਮਨੀਜ਼ ਨੇ ਉਹ ਫੋਰੈਸਟ ਜਾਂ ਵਾਤਾਵਰਣ ਦੇ ਸੰਰਖਣ ਦੇ ਵਿੱਚ ਹੋਣਗੀਆਂ। ਤੇ ਮੈਂ 1 ਮਿੰਟ ਲਈ ਜ਼ਰੂਰ ਬੇਨਤੀ ਕਰਾਂਗਾ ਸਰਦਾਰ ਦਵਿੰਦਰ ਸਿੰਘ ਜੀ ਨਿਊ ਮੈਕਸੀਕੋ ਵਾਲਿਆਂ ਨੂੰ ਬੋਲਣ ਦੀ, ਤੇ ਉਸ ਤੋਂ ਬਾਅਦ ਜਿਹੜੀ ਹੈ ਸੁਪ੍ਰੀਤ ਕੌਰ ਜਿਹੜੇ ਪ੍ਰੈਜ਼ੀਡੈਂਟ ਨੇ ਇਕੋਸਿਕ ਦੇ, ਉਹ ਸਾਡੇ ਨਾਲ 2 ਸਾਲ ਦੀ ਜਿਹੜੀ ਹੈ ਰਿਪੋਰਟ ਲਾਂਚ ਕਰਨਗੇ ਤੁਹਾਡੇ ਰੂਬਰੂ। ਸਰਦਾਰ ਦਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ 2 ਸਾਲ ਹੋ ਗਏ ਇਕੋਸਿਕ ਨਾਲ ਐਸੋਸੀਏਟ ਹੋਇਆ, ਔਰ ਇਹ ਮੇਰੀ ਖੁਸ਼ਕਿਸਮਤੀ ਹੈ, ਔਰ ਮੈਂ ਬਹੁਤ ਦੇਰ ਤੋਂ ਇਹ ਚੀਜ਼ ਜਿਹੜੀ ਮੈਨੂੰ ਸਤਾ ਰਹੀ ਸੀ ਕਿ ਪੰਜਾਬ ਵਿੱਚ ਜਾਂ ਸਾਰੀ ਦੁਨੀਆ ਵਿੱਚ ਜੋ ਹੋ ਰਿਹਾ ਹੈ, ਇਹਦੇ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਹੈ, ਨਹੀਂ ਤਾਂ ਕੋਈ ਉਹ ਵੀ ਦਿਨ ਆ ਜਾਏਗਾ ਜਦੋਂ ਸਾਡੇ ਕੋਲ ਆਕਸੀਜਨ ਨਹੀਂ ਹੋਏਗੀ ਆਪਣੀ ਬਰੀਥਿੰਗ ਲਈ, ਕਿਉਂਕਿ ਅਸੀਂ ਇਹ ਵੀ ਭੁੱਲ ਗਏ ਕਿ ਸਾਨੂੰ ਸਾਹ ਲੈਣ ਦੀ ਵੀ ਜ਼ਰੂਰਤ ਹੈ। ਔਰ ਅੱਜ ਤੁਸੀਂ ਇਹ ਆਪਣਾ ਜਿਸ ਤਰ੍ਹਾਂ ਤੁਹਾਨੂੰ ਫਿਗਰ ਦੱਸੀ ਹੈ 3.7% ਫੋਰੈਸਟ ਕਵਰ ਹੈ ਤੁਹਾਡਾ, ਤਾਂ ਉਸ ਕਵਰ ਦੇ ਵਿੱਚ ਅੱਜ ਅਸੀਂ ਬੇਅਰਲੀ ਸਰਵਾਈਵ ਕਰ ਰਹੇ ਹਾਂ। ਇਮੈਜਿਨ ਕਰੋ ਕਿ ਇਹ ਹੋਰ ਘਟ ਜਾਏ, ਦੋ ਟ੍ਰੈਂਡ ਤੇ ਇੰਨੀ ਬੁਰੀ ਹਾਲਤ ਹੋ ਜਾਏਗੀ ਕਿ ਅਸੀਂ ਬੇਸਿਕਲੀ ਜਸਟ ਸਫੋਕੇਟ ਹੋ ਜਾਏਗੇ। ਪਰ ਜੋ ਵੀ ਅਸੀਂ ਬਰੀਥ ਕਰ ਰਹੇ ਹਾਂ, ਇਟਸ ਰੀਅਲੀ ਨਾਟ ਆਕਸੀਜਨ, ਵੀ ਆਰ ਇਨਹੇਲਿੰਗ ਆਲ ਕਾਈਂਡ ਆਫ ਗੈਸਸ। ਸੋ ਸਾਡਾ ਭਾਵੇਂ 에ਅਰ ਲੈ ਲਓ, ਭਾਵੇਂ ਲੈਂਡ ਲੈ ਲਓ, ਭਾਵੇਂ ਵਾਟਰ ਲੈ ਲਓ, ਤਾਂ ਸਾਰੇ ਦੇ ਸਾਰੇ ਪੋਲਿਊਟਡ। ਅਗਰ ਤੁਸੀਂ ਪੰਜਾਬ ਦੀਆਂ ਬਿਮਾਰੀਆਂ ਕਿ ਸਪੈਸ਼ਲੀ ਬਠਿੰਡਾ ਸਭ ਨੇ ਸੁਣਿਆ ਹੋਇਆ ਕਿ ਇਟ ਬਿਕੇਮ ਏ ਕੈਂਸਰ ਕੈਪੀਟਲ, ਤਾਂ ਇੰਨੀਆਂ ਬਿਮਾਰੀਆਂ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਪਾਣੀ ਦੇ ਕਾਰਨ ਆ ਗਈਆਂ, ਕਿਉਂਕਿ ਤੁਹਾਡੇ ਐਕੁਈਫਾਇਰ ਖਤਮ ਹੋ ਗਏ ਪੰਜਾਬ ਦੇ ਦੋਨੋਂ, ਔਰ ਹੁਣ ਅਸੀਂ ਥੱਲੇ ਜਿਹੜੀ ਮਾਊਂਟੇਨ ਦੀ ਲੇਅਰ ਹੈ ਉੱਥੇ ਪਹੁੰਚ ਗਈ। ਉੱਥੇ ਪਹੁੰਚ ਕੇ ਮਿਨਰਲਸ ਦਾ ਲੋਡ ਇੰਨਾ ਜ਼ਿਆਦਾ ਹੈ ਕਿ ਜਦੋਂ ਪਾਣੀ ਤੁਸੀਂ ਥੱਲਿਓਂ ਡਰਾ ਕਰਦੇ ਹੋ ਉਹਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਹੈ, ਜਿਹੜੀ ਸਾਡੀ ਬੋਡੀ ਨੂੰ ਸੂਟ ਨਹੀਂ ਕਰਦੀ। ਤਾਂ ਉਹ ਚੱਕਰ ਦੇ ਵਿੱਚ ਬੰਦੇ ਬਿਮਾਰ ਵੀ ਹੋ ਰਹੇ। ਉਹੀ ਜਿਹੜੀ ਚੀਜ਼ਾਂ ਤੁਸੀਂ ਖਾਂਦੇ ਪਏ ਹੋ ਫਸਲਾਂ ਦੇ ਵਿੱਚੋਂ, ਉਹ ਮਿਨਰਲਸ ਉਹਨਾਂ ਵਿੱਚ ਵੀ ਆ ਰਹੇ ਨੇ, ਕਿਉਂਕਿ ਉਹ ਪਾਣੀ ਤੁਸੀਂ ਯੂਜ਼ ਕਰਦੇ ਹੋ। ਅਗਰ ਅਸੀਂ ਇਹ ਜਿਹੜੇ ਜੰਗਲ ਲਗਾ ਰਹੇ ਹਾਂ, ਜੰਗਲ ਦੀ ਕਨਸੈਪਟ ਦੇ ਵਿੱਚ, ਜਿਸ ਤਰ੍ਹਾਂ ਮਹਿਤਾ ਜੀ ਨੇ ਕਿਹਾ ਕਿ ਜੰਗਲ ਤਾਂ ਨਹੀਂ ਕਹਿ ਸਕਦੇ ਆਪਣੇ ਤੇ ਥੋੜੀ ਜਿਹੀ ਇੱਕ ਛੋਟਾ ਜਿਹਾ ਸਪੈਕ ਹੈ, ਤੇ ਲੇਕਿਨ ਫਿਰ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇੱਕ ਕਿਸਮ ਦਾ ਮਿਨੀ ਐਕੁਈਫਾਇਰ ਹੈ। तो एक्विफायर की कंसेप्ट की अज ਤੁਸੀਂ अगर ਤੁਹਾਡੀ ਥੋੜੀ ਇੱਕ ਦਿਨ ਬਰਸਾਤ ਹੋ ਜਾਏ ਥੋੜੀ ਜ਼ਿਆਦਾ, ਤੇ ਤੁਹਾਡੇ ਸਾਰੇ ਖੇਤ ਪਾਣੀ ਦੇ ਨਾਲ ਭਰ ਜਾਂਦੇ, ਪਾਣੀ ਸੀਪ ਹੀ ਨਹੀਂ ਹੁੰਦਾ ਕਦੇ, ਤੇ ਮਿੱਟੀ ਇੰਨੀ ਹੋ ਗਈ ਚਿਕਨੀ, ਪੈਨੀਟ੍ਰੇਸ਼ਨ ਹੈ ਹੀ। ਤੇ ਹੁਣ ਜਦੋਂ ਇਹ ਅਸੀਂ 4 ਫੁੱਟ ਦਾ ਬੈੱਡ ਕ੍ਰੀਏਟ ਕਰ ਦਿੱਤਾ, ਤੇ ਇੰਨੇ ਸਾਰਾ ਪਾਣੀ ਉਸ ਜਿੰਨੀ ਵੀ ਜਗ੍ਹਾ ਤੁਸੀਂ ਜੰਗਲ ਬਣਾਏ, 11,000 ਦੇ ਜੰਗਲ ਬਣਾਏ ਤੇ ਜਗ੍ਹਾ ਜ਼ਿਆਦਾ ਹੈ, ਉਹਨੇ ਪਾਣੀ ਸੀਪ ਕਰਨਾ। ਦੂਸਰਾ ਨੰਬਰ, ਕਿਉਂਕਿ ਅਸੀਂ 550 ਜਿਹੜੇ ਰੁੱਖ ਹੈ ਉਹ ਅਸੀਂ ਬੜੀ ਛੋਟੀ ਜਿਹੀ ਜਗ੍ਹਾ 'ਚ ਲਗਾਉਂਦੇ ਹਾਂ, ਤੇ ਉਹਨਾਂ ਦੀ ਗਰੋਥ ਜਿਹੜੀ ਆ ਹੌਰੀਜ਼ੌਂਟਲ ਨਹੀਂ ਹੋ ਸਕਦੀ, ਉਹਨਾਂ ਦੀ ਗਰੋਥ ਕੇਵਲ ਵਰਟੀਕਲ ਹੋਣੀ, ਤੇ ਉਹਨਾਂ ਨੂੰ ਰੂਟ ਸਿਸਟਮ ਵੀ ਜਿਹੜਾ ਹੌਰੀਜ਼ੌਂਟਲ ਨਹੀਂ ਹੋ ਸਕਦਾ, ਉਹਨੇ ਵੀ ਥੱਲੇ ਜਾਣਾ, ਉਹਦੀਆਂ ਰੂਟਸ ਵੀ ਥੱਲੇ ਜਾਣੀਆਂ, ਉਹਨੇ ਉੱਪਰ ਜਾਣਾ, ਕਿਉਂਕਿ ਉਹਨੇ ਸਨ ਰੇਜ਼ ਨੂੰ ਪਕੜਨ ਵਾਸਤੇ ਕੰਪਲੀਟ ਕਰਨਾ। ਉਹਨਾਂ ਦਾ ਰੇਟ ਆਫ ਜਿਹੜਾ ਉਹਦਾ ਗਰੋਥ ਹੈ ਉਹ ਬਹੁਤ ਹਾਈ ਹੁੰਦਾ ਹੈ, ਉਹਨਾਂ ਦੀ ਫੋਲੀਏਜ ਬਹੁਤ ਜ਼ਿਆਦਾ ਹੁੰਦੀ ਹੈ, ਜਿੰਨੀ ਜ਼ਿਆਦਾ ਫੋਲੀਏਜ ਉਨੀ ਜ਼ਿਆਦਾ ਆਕਸੀਜਨ, ਔਰ ਜਿੰਨਾ ਰੂਟ ਸਿਸਟਮ ਥੱਲੇ ਜਾਏਗਾ ਗ੍ਰੈਜੂਅਲੀ ਤੁਹਾਡਾ ਜਿਹੜਾ ਉਸ ਏਰੀਆ ਦਾ ਟੇਬਲ ਹੋਏਗਾ, ਵਾਟਰ ਟੇਬਲ, ਉਹ ਇੰਪਰੂਵ ਹੋਣਾ ਸ਼ੁਰੂ ਹੋ ਜਾਏਗਾ ਕੁਝ ਸਾਲਾਂ 'ਚ। ਕਿਉਂਕਿ ਇਹ ਜਿਹੜਾ ਜਿੰਨਾ ਜ਼ਿਆਦਾ ਅਸੀਂ ਪੰਜਾਬ ਨੂੰ ਡਾਟ ਕਰ ਲਾਂਗੇ ਨਾ ਜੰਗਲਾਂ ਨਾਲ, ਤੇ ਸਾਡਾ ਸਭ ਤੋਂ ਪਹਿਲਾਂ ਦਾ ਇੱਕ ਸੁਪਨਾ ਹੈ, 1 ਲੱਖ ਦਾ ਸੁਪਨਾ ਤਾਂ 10 ਲੱਖ ਦਾ ਸੁਪਨਾ ਤਾਂ ਅਲੱਗ ਹੈ, ਕਿ 18,000 ਪਿੰਡ ਹੈ, ਤੇ 18,000 ਜੰਗਲ ਤੋਂ ਘੱਟ ਹੋਣੇ ਚਾਹੀਦੇ।
पंजाब ये तो घट तो घट की गल है बिगिनिंग जिन्होंने कहते तो हाले असी आई डोंट नो किन्ने पिंड से टच कर चुके हैं बट वी विल फिगर आउट दैट ऑल्सो। तो मैं इंटरेस्टिंगली मैं एक दिन पहले देखी है डेविड एटनबरो दी यूट्यूब पे लाइफ ऑफ ए प्लैनेट। उस बंदे की स्टोरी है he left his life, he left his job at the age of 24 years. Now he is 94. 70 years he has spent going all around the world, in all the forests of the world, in all the Antarctic, green, I mean wherever our glaciers are there, where our green, I mean our ice sheets are there, wherever, he has gone everywhere. And he describes through his, as a direct witness of his 70 years of seeing what he saw 70 years ago and what he sees now. He says the planet is devastated. In his 70 years, in the life of one human being, 70 years, we have changed a stable planet into an unstable planet. I'll just say a few more words. Now imagine what is happening when the ice is melting. The way the glaciers are melting. The water table is rising in the sea. Because all that water which was in the form of the ice at a particular altitude now is in the sea. So sea level is rising. Sea is now absorbing more heat. Now imagine another thing. Sea water is a pure water, fresh water. Unsalted water. It is mixing with the salted water. The salt environment of the sea is changing. And 90% of the life on the planet Earth lives in the ocean. And that 90% life is going to be extremely affected. He showed the, what do you call, coral reefs. It is such a pleasant as if you are seeing a heaven. And he showed the same thing. Now it is completely devastated. There is no coral reef left. You have only the dead, the dead soil or dead rock. That is what is left. So the point is, these forests are really, really important, and we are doing. I still feel that even though we have done 300 tree forests, but it's a long way to go. And we expect, for you to please promote it, to bring to the people that just like the movement of, celebrating the wedding, celebrating the birthday. I also remember one gentleman in Shimla, when he started serving free kitchen to the hospital. He started collecting the money like this only. Celebration of your birthday, celebration of your anniversaries, celebration of whatever, you just donate that to the service of the hospitals. So this is the way we can expand this movement, and everybody just should feel like, okay, just Mr. Mehta said, whoever has more than 4 acres of land, he must pledge, okay, I must plant one forest. So that is the way we will change the face of Punjab. And like all other revolutions which Punjab created, we would have created another eco-revolution. So welcome to that word, and thank you very much. Thank you so much, Ji. Now I will request Ma'am Supreet Kaur Ji to launch our 24 months Guru Nanak Sacred Forest report with a few words. हाँ जी, आज बड़ी खुशी की गल है जी। 303 गुरु नानक पवित्र जंगल, जिहदा मतलब है 1,67,000 दरख्त, जेडे आज असी ये रिपोर्ट के माध्यम दे नाल तुहाडे सारिਆਂ ਦੇ सामने तुहाडे सारिਆਂ ਦੇ रूबरू कर रहे हैं। 2 साल पहले जदों असी ये प्रपोजल लेके आए सी ते मैं देखती सी कि जेडे सारे चेहरे ने उन्हां च एक डाउट हुंदा सी कि ये नवीं टेक्नीक है, जापानी टेक्नीक है, पता नहीं पंजाब दे विच सक्सेसफुल होएगी कि नहीं। पर अज इहदा प्रताप, इहदा प्रमाण सारिਆਂ ने जिन्नियां ने तुहाडे नाल गल्लां दी सांझ पाई है, वो साडे सारिਆਂ दे सामने है।
ਜਿਹੜੇ ਦਰਖਤ ਨੇ 10-12 ਫੁੱਟ ਦੀ ਹਾਈਟ ਦੇ ਵਿੱਚ ਇੰਨੀ ਕੁਇਕਲੀ ਜਿਹੜੇ ਪਹੁੰਚ ਜਾਂਦੇ ਨੇ, ਇਟ ਇਜ਼ ਓਨਲੀ ਐਂਡ ਓਨਲੀ ਪੋਸੀਬਲ ਥਰੂ ਮਿਆਵਾਕੀ ਟੈਕਨੀਕ ਐਂਡ ਨੋ ਅਦਰ ਟੈਕਨੀਕ ਇਜ਼ ਸਪੋਰਟਿੰਗ ਦਿਸ ਕੁਇਕ ਗਰੋਥ ਆਫ ਟਰੀਜ਼। ਸੋ ਆਪ ਜੀ ਸਾਰਿਆਂ ਨੂੰ ਵਧਾਈਆਂ। ਸਾਡੇ 11ਵੇਂ ਸਿੱਖ ਵਾਤਾਵਰਣ ਦਿਵਸ ਜੋ ਕਿ 14 ਮਾਰਚ ਨੂੰ ਆਉਂਦਾ ਹੈ, ਉਹਦੇ ਨਾਲ ਹੀ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਜਿਹੜੀ ਈਕੋ ਸਿੱਖ ਨੇ ਇਹ ਪੀਪਲਸ ਮੂਵਮੈਂਟ ਬਣਾਈ ਹੈ ਜੰਗਲਾਂ ਨੂੰ ਲਗਾਉਣ ਦੀ, ਉਹਦੇ ਵਿੱਚ ਤੁਸੀਂ ਸਾਰੇ ਸ਼ਾਮਿਲ ਹੋਵੋ, ਇਹਦੀ ਮਦਦ ਕਰੋ ਤਾਂ ਕਿ ਅਸੀਂ ਆਪਣੇ ਪੰਜਾਬ ਦੀ ਧਰਤੀ ਨੂੰ ਮੁੜ ਹਰਾ ਭਰਾ ਕਰ ਸਕੀਏ। ਆਪਣੇ ਨੇਟਿਵ ਇੰਡੀਜਨਸ ਸਪੀਸ਼ੀਜ਼ ਜਿਹੜੇ ਸਾਡੇ ਰਵਾਇਤੀ ਰੁੱਖ ਨੇ, ਜਿਹੜੇ ਸਾਡੇ ਗੁਰੂਆਂ ਦੇ ਰੁੱਖ ਨੇ, ਜਿਹੜੇ ਸਾਡੀ ਗੁਰਬਾਣੀ 'ਚ ਮੈਂਸ਼ਨਡ ਰੁੱਖ ਨੇ, ਉਹਨਾਂ ਨੂੰ ਪੰਜਾਬ ਦੇ ਉੱਤੇ ਵਾਪਸ ਲਿਆ ਸਕੀਏ। ਸੋ ਆਪ ਜੀ ਸਾਰਿਆਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਉਹ ਪਲੀਜ਼ ਜਿਹੜੀ ਸਾਡੀ 2 ਇਅਰਸ ਦੀ ਰਿਪੋਰਟ ਹੈ ਰਾਈਟ ਫਰਮ 2019 onwards ਉਹਨੂੰ ਰਿਲੀਜ਼ ਕਰਨ 'ਚ ਹੈਲਪ ਕਰਨ ਜੀ। नीचे सामने मैडम साथ में आ जाओ। जलंधरी वाल देखो थोड़ा क्लोज हो जाओ जी, सूट तो दिख नहीं रहा। जलंधरी वाल देखो जी डॉक्टर साहब, सर थोड़ा क्लोज हो थोड़ा। चलो यार तो लाइट है सर, तेरा मोबाइल आ रहा है सामने देखो, सामने सामने फोटो का टाइम 5 चलो अजय यार तो अजय तक चलो We are open to any questions and one-to-one interviews going to कर लो